ਸਤਿ ਸ਼੍ਰੀ ਅਕਾਲ। ਲੋਕ ਰਣ ਚੈਨਲ ਪੰਜਾਬੀ ਦੇ ਖਾਸ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਜੀ ਆਇਆਂ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਅੱਜ ਅਹਿਮ ਸ਼ਖਸੀਅਤ ਪ੍ਰੋਫੈਸਰ ਸਤਨਾਮ ਸਿੰਘ ਸੰਧੂ ਸਾਹਿਬ ਜੀ ਆਇਆਂ। हाँ धन्यवाद जी। ਦੋਸਤੋ, ਅੱਜ ਦਾ ਜੋ ਸਾਡਾ ਟੌਪਿਕ ਹੈ ਜਿਸ ਉੱਤੇ ਗੱਲਬਾਤ ਕਰਨੀ ਹੈ, ਕਿਸਾਨੀ ਅੰਦੋਲਨ ਤੁਹਾਡੇ ਸਾਹਮਣੇ 1.5 ਸਾਲ ਦਾ ਸਮਾਂ ਰਿਹਾ ਕਿ ਕਿਵੇਂ ਕਿਸਾਨਾਂ ਨੇ ਆਪਣੇ ਹੱਕਾਂ ਦੇ ਲਈ ਦਿੱਲੀ 1 ਸਾਲ ਬੈਠੇ ਰਹੇ। ਉਸ ਤੋਂ ਪਹਿਲਾਂ ਪੰਜਾਬ 'ਚ ਸੰਘਰਸ਼ ਚੱਲਦਾ ਸੀ। ਲਗਾਤਾਰ ਕਿਸਾਨ ਆਗੂ ਇਹ ਗੱਲ ਕਹਿੰਦੇ ਸੀ ਕਿ ਜਦੋਂ ਤੱਕ ਖੇਤੀ ਕਾਨੂੰਨਾਂ ਦਾ ਹੱਲ ਨਹੀਂ ਕੋਈ ਨਿਕਲ ਆਉਂਦਾ, ਬੀਜੇਪੀ ਸਰਕਾਰ ਵਾਪਸ ਨਹੀਂ ਜਦੋਂ ਤੱਕ ਕਰ ਲੈਂਦੀ, ਉਦੋਂ ਤੱਕ ਅਸੀਂ ਸਾਡਾ ਰਾਜਨੀਤਿਕ ਅਗਲਾ ਪੈਂਤੜਾ ਕੀ ਹੋਊਗਾ ਅਸੀਂ ਕਲੀਅਰ ਨਹੀਂ ਕਰਦੇ। ਤਿੰਨੋਂ ਖੇਤੀ ਕਾਨੂੰਨ ਵਾਪਸ ਹੋ ਗਏ। ਐਸਕੇਐਮ ਦੇ ਵਿੱਚੋਂ ਕਈ ਕਿਸਾਨ ਆਗੂਆਂ ਨੇ ਨਿਕਲ ਕੇ ਐਸਐਸਐਮ ਬਣਾ ਲਿਆ, ਸੰਯੁਕਤ ਸਮਾਜ ਮੋਰਚਾ। ਭਾਵੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਗਜੀਤ ਸਿੰਘ ਡੱਲੇਵਾਲ ਸਿੱਧੂਪੁਰ ਦੇ ਪ੍ਰਧਾਨ, ਹੋਰ ਜਥੇਬੰਦੀਆਂ ਕਾਦੀਆਂ ਲੱਖੋਵਾਲ, ਇਹਨਾਂ ਜਥੇਬੰਦੀਆਂ ਨੇ ਕਿਹਾ ਕਿ ਸਾਡਾ ਪੋਲੀਟੀਕਲ ਪ੍ਰੋਗਰਾਮ ਨਹੀਂ ਕੋਈ ਹੋਊਗਾ, ਅਸੀਂ ਰਾਜਨੀਤੀ 'ਚ ਨਹੀਂ ਜਾ ਰਹੇ। ਜੋ ਜਥੇਬੰਦੀਆਂ ਜਾ ਰਹੀਆਂ ਨੇ ਉਹਨਾਂ ਦਾ ਉਹ ਆਪਣਾ ਨਿੱਜੀ ਫੈਸਲਾ ਹੋ ਸਕਦਾ। ਸਾਡੀਆਂ ਜੋ ਮੰਗਾਂ ਨੇ ਬੀਜੇਪੀ ਸਰਕਾਰ ਜਾਂ ਸੈਂਟਰ ਦੇ ਵਿੱਚ ਕੋਈ ਵੀ ਸਰਕਾਰ ਹੋਵੇ, ਉਹਦੇ ਤੋਂ ਲਗਾਤਾਰ ਅਸੀਂ ਹੱਕਾਂ ਦੇ ਲਈ ਲੜਦੇ ਰਹਾਂਗੇ। ਖਾਸ ਸਾਡੀ ਮੰਗ ਐਮਐਸਪੀ ਦੀ ਤੇ ਹੋਰ ਖੇਤੀ ਨੂੰ ਦਰਪੇਸ਼ ਚੁਣੌਤੀਆਂ ਆ ਰਹੀਆਂ ਨੇ, ਉਹਨਾਂ ਤੇ ਸਾਡੀ ਲੜਾਈ ਬਰਕਰਾਰ ਰਹੂਗੀ। ਪਰ ਕਈ 22 ਜਥੇਬੰਦੀਆਂ ਨੇ ਇਕੱਠੇ ਹੋ ਕੇ ਐਸਐਸਐਮ ਬਣਾ ਲਿਆ, ਜਿਹਦੇ ਚੋਂ ਇੱਕ ਜਥੇਬੰਦੀ ਨੇ ਬਾਅਦ 'ਚ ਕਿਹਾ ਕਿ ਅਸੀਂ ਇਲੈਕਸ਼ਨ ਮੋਡ ਦੇ ਵਿੱਚ ਨਹੀਂ ਜਾ ਰਹੇ। ਇਸ ਐਸਐਸਐਮ ਜੋ ਐਸਕੇਐਮ ਤੋਂ ਨਿਕਲ ਕੇ ਬਣਿਆ, ਇਹਦੀ ਰੂਪਰੇਖਾ ਕੀ ਹੋਊਗੀ, ਦਸ਼ਾ ਤੇ ਦਿਸ਼ਾ ਕੀ ਹੋਊਗੀ, ਇਸੇ ਮਸਲੇ ਤੇ ਗੱਲਬਾਤ ਕਰਾਂਗੇ। ਸੰਧੂ ਸਾਹਿਬ, ਪਹਿਲਾਂ ਤਾਂ ਕਿਸਾਨ ਆਗੂਆਂ ਦਾ ਇਹ ਪ੍ਰੋਗਰਾਮ ਸੀ ਕਿ ਅਸੀਂ ਚੋਣਾਂ ਨਹੀਂ ਲੜਾਂਗੇ। 3 ਖੇਤੀ ਕਾਨੂੰਨ ਵਾਪਸ ਹੋ ਗਏ। ਉਸ ਤੋਂ ਬਾਅਦ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਚੰਡੀਗੜ੍ਹ 'ਚ ਇਕੱਠ ਹੁੰਦਾ, ਪ੍ਰੈਸ ਕਾਨਫਰੰਸ ਹੁੰਦੀ ਹੈ, ਤਮਾਮ ਕਿਸਾਨ ਆਗੂ ਸਿਰ ਜੋੜ ਕੇ ਬੈਠਦੇ ਨੇ, ਐਲਾਨ ਹੁੰਦਾ ਕਿ ਅਸੀਂ ਪੋਲੀਟੀਕਲ ਸਿਸਟਮ ਦੇ ਵਿੱਚ ਹੁਣ ਜਾ ਰਹੇ ਹਾਂ। ਜੇਕਰ ਆਪਾਂ ਇੱਥੋਂ ਹੀ ਆਪਣੀ ਗੱਲ ਸ਼ੁਰੂ ਕਰੀਏ, ਹੋਰ ਜੋ ਸਿਆਸੀ ਤੇ ਰਵਾਇਤੀ ਪਾਰਟੀਆਂ ਨੇ ਤੇ ਹੁਣ ਕਿਸਾਨ ਵੀ ਸਿਆਸੀ ਪਿੜ ਦੇ ਵਿੱਚ ਕੁੱਦ ਗਏ, ਫਰਕ ਫਿਰ ਦੋਨਾਂ 'ਚ ਕੀ ਰਹੂਗਾ? ਦੇਖੋ, ਗੱਲ ਇਹ ਹੈ ਕਿ ਜਦੋਂ ਵੀ ਕੋਈ ਮੋਰਚਾ ਲੜਾਈ ਲੜਦਾ ਹੈ, ਭਾਵੇਂ ਉਹ ਕਹਿਣ ਕਿ ਉਹਨਾਂ ਦੀ ਲੜਾਈ ਸਿਆਸੀ ਨਹੀਂ ਹੈ, ਕਿਸੇ ਵਿਸ਼ੇਸ਼ ਉਦੇਸ਼ ਦੀ ਪ੍ਰਾਪਤੀ ਲਈ ਹੈ, ਪਰ ਜਦੋਂ ਕੋਈ ਵੀ ਅਸੀਂ ਸਮੂਹਕ ਐਕਟ ਕਰਦੇ ਹਾਂ ਜਿਹਦੇ ਨਾਲ ਸਟੇਟ ਜਾਂ ਕਾਨੂੰਨ ਪ੍ਰਭਾਵਿਤ ਹੁੰਦਾ ਹੈ, ਉਹ ਚਾਹੇ ਅਸੀਂ ਉਸ ਨੂੰ ਕਹੀਏ ਨਾ ਭਾਵੇਂ ਕੋਈ ਵੀ ਦੇ ਦਈਏ, ਉਹ ਐਕਟ ਹੈ ਜਿਹੜਾ ਉਹ ਸਿਆਸੀ ਹੀ ਹੁੰਦਾ ਹੈ। ਇਸ ਕਰਕੇ ਕਿਸਾਨਾਂ ਦੀ ਸਿਆਸਤ ਹੈ ਜਿਹੜੀ, ਜਾਂ ਕਿਸਾਨਾਂ ਦੀ ਪੋਲਿਟਿਕਸ ਹੈ, ਉਹਨੂੰ ਵੱਖਰਾ ਨਾਂ ਦਿੱਤਾ ਜਾ ਸਕਦਾ ਸੀ ਕਿ ਉਹਨਾਂ ਨੇ ਜਿਹੜੀਆਂ ਸਾਡੀਆਂ ਪਰੰਪਰਾਵਾਦੀ ਪਾਰਟੀਆਂ, ਜਿਨ੍ਹਾਂ ਨੂੰ ਅਸੀਂ ਟ੍ਰੈਡੀਸ਼ਨਲ ਪੋਲੀਟੀਕਲ ਪਾਰਟੀਜ਼ ਕਹਿ ਦਿੰਦੇ ਹਾਂ, ਜਿਨ੍ਹਾਂ ਦੇ ਵਿੱਚ ਵਿਸ਼ੇਸ਼ ਤੌਰ 'ਤੇ ਜੇ ਪੰਜਾਬ ਦੀਆਂ ਪਾਰਟੀਆਂ ਦੀ ਗੱਲ ਕਰੀਏ, ਅਕਾਲੀ ਦਲ, ਕਾਂਗਰਸ, ਲੈਫਟ, ਬੀਜੇਪੀ, ਇਹ ਸਾਰੀਆਂ ਪਾਰਟੀਆਂ ਆ ਜਾਂਦੀਆਂ। ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਅਸੀਂ ਸਟੇਜ ਤੇ ਨਹੀਂ ਆਉਣ ਦੇਵਾਂਗੇ, ਨਾ ਹੀ ਇਹਨਾਂ ਨੂੰ ਆਪਣੇ ਪ੍ਰੋਗਰਾਮ ਦਾ ਹਿੱਸਾ ਬਣਨ ਦੇਵਾਂਗੇ। ਪਰ ਜ਼ਾਹਰਾ ਤੌਰ ਤੇ ਤੁਸੀਂ ਵੀ ਸਾਰੇ ਜਾਣਦੇ ਹੋ ਕਿ ਬੀਜੇਪੀ ਤੋਂ ਸਿਵਾਏ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸਾਨੀ ਦਾ ਪਾਰਲੀਮੈਂਟ ਦੇ ਅੰਦਰ ਤੇ ਬਾਹਰ ਆਪਣੀ ਪੱਧਰ ਤੇ ਸਮਰਥਨ ਕਰਕੇ ਇਹ ਕੋਸ਼ਿਸ਼ ਕੀਤੀ ਕਿ ਉਹ ਸਾਰੇ ਆਪਣੇ ਆਪ ਨੂੰ ਕਿਸਾਨੀ ਦੇ ਨੇੜੇ ਦਿਖਾ ਸਕਣ। ਤੁਹਾਡੇ ਯਾਦ ਹੋਣਾ ਕਿ ਕੁਝ ਸਮਾਂ ਪਹਿਲਾਂ ਜਾਂ ਕੁਝ ਮਹੀਨੇ ਪਹਿਲਾਂ ਆਪਾਂ ਕਹਿ ਦਈਏ ਤਾਂ ਕਿਸਾਨੀ ਦੇ ਵਿੱਚੋਂ ਇੱਕ ਧਿਰ ਜਾਂ ਇੱਕ ਵਿਸ਼ੇਸ਼ ਵਿਅਕਤੀ ਜਿਹੜਾ ਹਰਿਆਣੇ ਦਾ ਪ੍ਰਮੁੱਖ ਲੀਡਰ ਹੈ, ਗੁਰਨਾਮ ਸਿੰਘ ਚੜੂਨੀ, ਉਹਨੇ ਫੈਸਲਾ ਕਰਕੇ ਅਨਾਉਂਸ ਕੀਤਾ ਸੀ ਕਿ ਮੈਂ ਪੰਜਾਬ ਦੇ ਵਿੱਚ ਚੋਣਾਂ ਦੇ ਵਿੱਚ ਹਿੱਸਾ ਲਵਾਂਗਾ। ਉਹਦਾ ਵਿਰੋਧ ਹੋਇਆ, ਉਹਨੂੰ ਕੁਝ ਸਮੇਂ ਲਈ ਪਾਰਟੀ ਜਿਹੜੀ ਉੱਥੇ ਸੰਯੁਕਤ ਕਿਸਾਨ ਮੋਰਚਾ ਸੀ, ਉਹਨਾਂ ਨੇ ਆਪਣੇ ਗਰੁੱਪ ਦੇ ਵਿੱਚੋਂ ਬਾਹਰ ਵੀ ਕੱਢਿਆ। ਪਰ ਹੌਲੀ ਹੌਲੀ ਕੀ ਹੋਇਆ ਕਿ ਜਦੋਂ ਕਿਸਾਨਾਂ ਨੇ ਦੇਖਿਆ ਕਿ ਹੁਣ ਉਹ ਕੀ ਪੈਂਤੜਾ ਲੈਣ, 3 ਕਾਨੂੰਨ ਵਾਪਸ ਕਰਨ ਤੋਂ ਬਾਅਦ ਕਿਸਾਨਾਂ ਦੇ ਸਾਹਮਣੇ ਵੀ ਬਹੁਤ ਵੱਡੀ ਇੱਕ ਰਾਜਨੀਤਿਕ ਤੇ ਵਿਚਾਰਧਾਰਕ ਚੁਣੌਤੀ ਸੀ। ਜੇ ਉਹ ਕੋਈ ਫੈਸਲਾ ਨਹੀਂ ਲੈਂਦੇ, ਜਿਹੜੇ ਕਿਸਾਨ ਮੋਰਚੇ 'ਚੋਂ ਵਾਪਸ ਆਏ ਸੀ, ਜਿਨ੍ਹਾਂ ਦੀ 1 ਸਾਲ ਦੀ ਸਕੂਲਿੰਗ ਹੋਈ ਸੀ, ਟ੍ਰੇਨਿੰਗ ਹੋਈ ਸੀ, ਜਾਂ ਤਾਂ ਉਹ ਇਹ ਕਰਦੇ ਕਿ ਚੁੱਪ ਕਰਕੇ ਜਿਹੜੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਨਾਲ ਲੱਗ ਜਾਂਦੇ, ਤਾਂ ਉਹਦੇ ਨਾਲ ਵੀ ਕਿਸਾਨੀ ਦੇ ਜਾਂ ਕਿਸਾਨੀ ਮੋਰਚੇ ਦੇ ਸੰਗਠਨ ਨੂੰ ਵੱਡਾ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਸੀ। ਕਿਉਂਕਿ ਜੇ ਉਹ ਵੱਖ-ਵੱਖ ਪਾਰਟੀਆਂ ਨਾਲ ਲੱਗਦੇ, ਕੁਦਰਤੀ ਤੌਰ 'ਤੇ ਹੈ ਕਿ ਹਰ ਪਾਰਟੀ ਹਰ ਪਿੰਡ ਦੇ ਵਿੱਚ, ਹਰ ਕਸਬੇ ਦੇ ਵਿੱਚ, ਗਲੀ ਮੁਹੱਲੇ ਦੇ ਵਿੱਚ 2-2 3-3 ਗਰੁੱਪਾਂ 'ਚ ਵੰਡੀ ਹੈ। ਕਿਸਾਨ ਵੀ ਕੁਦਰਤੀ ਤੌਰ 'ਤੇ ਸਾਰੇ ਕਿਸੇ ਇੱਕ ਗਰੁੱਪ, ਇੱਕ ਧਿਰ ਜਾਂ ਪਾਰਟੀ ਨਾਲ ਨਹੀਂ ਜੁੜੇ ਹੋਏ ਸੀ, ਤਾਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਵਿਚਾਰਧਾਰਕ ਦਰਾਰ ਆਉਣ ਦੀ ਸੰਭਾਵਨਾ ਸੀ। ਮੇਰਾ ਖਿਆਲ ਹੈ ਕਿ ਕਿਸਾਨਾਂ ਨੇ ਇਹ ਸਾਰੇ ਨੂੰ ਦੇਖਦੇ ਹੋਏ ਇਹੀ ਫੈਸਲਾ ਲਿਆ ਕਿ ਅਸੀਂ ਕਿਉਂ ਨਾ ਸਿੱਧੇ ਰੂਪ ਦੇ ਵਿੱਚ ਹੀ ਚੋਣਾਂ ਦੇ ਵਿੱਚ ਕੁੱਦ ਗਏ। ਤਾਂ ਉਹਦੇ ਵਿੱਚੋਂ ਫਿਰ ਅੱਗੇ ਅਸੀਂ ਜਾਣਦੇ ਹਾਂ, ਪਹਿਲਾਂ ਵੀ ਜਦੋਂ ਕਿਸੇ ਮਸਲੇ ਤੇ ਕਿਸਾਨੀ
ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਬਹਿਸ ਹੁੰਦੀ ਸੀ ਤਾਂ ਬਹੁਤ ਵਾਰੀ ਉੱਥੇ ਡਿਫਰੈਂਸ ਆਫ ਓਪੀਨੀਅਨ ਵੱਡੇ ਪੱਧਰ ਤੇ ਆਉਂਦਾ ਸੀ, ਕਿਉਂਕਿ ਤਿੰਨ ਤਰ੍ਹਾਂ ਦੇ ਲੋਕ ਕਿਸਾਨ ਮੋਰਚੇ ਦੇ ਵਿੱਚ ਸੀ। ਇੱਕ ਉਹ ਜਿਹੜੇ ਨਰੋਲ ਕਿਸਾਨ ਜਥੇਬੰਦੀ ਨਾਲ ਜੁੜੇ ਹੋਏ ਜਾਂ ਸੋਸ਼ਲ ਵਰਕਰ ਸੀ, ਦੂਸਰੇ ਉਹ ਜਿਹੜੀਆਂ ਵੱਖ-ਵੱਖ ਸੱਜੇ ਪੱਖੀ ਜਾਂ ਕਹਿ ਦਈਏ ਜਿਹੜੀਆਂ ਵੱਖ-ਵੱਖ ਧਾਰਮਿਕ ਪਾਰਟੀਆਂ ਜਾਂ ਹੋਰ ਕਿਸਮ ਦੀਆਂ ਪਾਰਟੀਆਂ ਉਹਨਾਂ ਦੇ ਨਾਲ ਜੁੜੇ ਹੋਏ ਸੀ, ਤੀਸਰੀ ਧਿਰ ਉਹ ਸੀ ਜਿਹੜੀ ਖੱਬੇ ਪੱਖੀਆਂ ਪਾਰਟੀਆਂ ਨਾਲ ਜੁੜੀ ਹੋਈ ਸੀ। ਇਹਨਾਂ ਸਾਰੀਆਂ ਧਿਰਾਂ ਦੇ ਵਿੱਚੋਂ ਉਹਨਾਂ ਨੂੰ ਕਿਸੇ ਨਾ ਕਿਸੇ ਨਾਲ ਜੁੜਨਾ ਪੈਣਾ ਸੀ। ਇਸ ਕਰਕੇ ਹੁਣ ਵੀ ਉਹ ਵਿਰੋਧ ਸਿੱਧੇ ਰੂਪ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਤਾਂ ਤਕਰੀਬਨ ਜਿਹੜੀਆਂ ਖੱਬੇ ਪੱਖੀ ਧਿਰ ਵਾਲੀਆਂ ਪਾਰਟੀਆਂ ਉਹਨਾਂ ਨੇ ਚੋਣਾਂ ਦੇ ਵਿੱਚ ਹਿੱਸਾ ਲੈਣ ਤੋਂ ਇਨਕਾਰ ਕੀਤਾ, ਪਰ ਉਹਨਾਂ ਨੇ ਵੱਡੇ ਪੱਧਰ ਤੇ ਕਿਤੇ ਇਹ ਇਤਰਾਜ਼ ਵੀ ਨਹੀਂ ਕੀਤਾ ਕਿ ਉਹ ਦੂਜੀਆਂ ਪਾਰਟੀਆਂ ਚੋਣਾਂ ਕਿਉਂ ਲੜ ਰਹੀਆਂ। ਉਹ ਜਿੰਨੀ ਕੁ ਕੋਸ਼ਿਸ਼ ਕਰ ਰਹੇ ਹੈ ਉਹ ਇਸ ਤੇ ਸਾਇਲੈਂਟ ਹੋਣ ਦੀ ਕੋਸ਼ਿਸ਼ ਕਰ ਰਹੇ ਹੈ। ਉਗਰਾਹਾਂ ਸਾਹਿਬ ਵੀ ਕਿਤੇ ਕਿਤੇ ਇਹ ਕਹਿੰਦੇ ਸੁਣੇ ਗਏ ਹੈ ਕਿ ਠੀਕ ਹੈ, ਇਹ ਉਹਨਾਂ ਦੀ ਮਰਜ਼ੀ ਹੈ, ਪਰ ਸਾਡਾ ਜਿਹੜਾ ਉਦੇਸ਼ ਹੈ ਉਹ ਚੋਣਾਂ ਤੋਂ ਕਿਤੇ ਵੱਡਾ, ਅਸੀਂ ਰਾਸ਼ਟਰੀ ਪੱਧਰ ਤੇ ਉਸ ਨੂੰ ਅੱਗੇ ਲੈ ਕੇ ਜਾਵਾਂਗੇ। ਤੇ ਹੁਣ ਜਿਹੜਾ ਕਿਸਾਨ ਮੋਰਚੇ ਨੇ ਇਹ ਫੈਸਲਾ ਕੀਤਾ ਹੈ ਕਿ ਅਸੀਂ ਇਕੱਠੇ ਹੋ ਕੇ ਚੋਣਾਂ ਲੜਾਂਗੇ, 10 ਕੈਂਡੀਡੇਟ ਵੀ ਡਿਕਲੇਅਰ ਕੀਤੇ ਹੈ। ਇਹ ਆਪਣੇ ਆਪ ਦੇ ਵਿੱਚ ਪੂਰਨ ਤੌਰ ਤੇ ਰਾਜਨੀਤਿਕ ਫੈਸਲਾ ਹੈ ਤੇ ਹੁਣ ਉਹਨਾਂ ਨੂੰ ਬਾਕੀ ਰਾਜਨੀਤਿਕ ਦਲਾਂ ਵਾਂਗੂ ਜੋ ਪੈਂਤੜੇ ਬਾਕੀ ਰਾਜਨੀਤਿਕ ਦਲ ਅਪਣਾਉਂਦੇ ਆ ਇਹਨਾਂ ਨੂੰ ਵੀ ਅਪਣਾਉਣੇ ਪੈਣਗੇ। ਜਿਵੇਂ ਕਿਸਾਨ ਆਗੂ ਕਈ ਤਾਂ ਇਹ ਕਹਿੰਦੇ ਨੇ ਕਿ ਪ੍ਰੈਸ਼ਰ ਗਰੁੱਪ, ਸਾਨੂੰ ਪ੍ਰੈਸ਼ਰ ਗਰੁੱਪ ਬਣ ਕੇ ਹੀ ਕੰਮ ਕਰਨਾ ਚਾਹੀਦਾ ਸੀ, ਕਿਉਂਕਿ ਸਰਕਾਰ ਉੱਤੇ ਅਸੀਂ ਦਬਾਅ ਪਾ ਕੇ ਵੱਧ ਫੈਸਲੇ ਆਪਣੇ ਪੱਖ ਦੇ ਵਿੱਚ ਲੈ ਸਕਦੇ ਸੀ। ਕੀ ਫਰਕ ਕਿੰਨਾ ਕੁ ਰਹੂਗਾ ਜੇਕਰ ਕਿਸਾਨ ਪੋਲੀਟੀਕਲ ਹੋ ਗਏ, ਦੂਜੇ ਪਾਸੇ ਕਿਸਾਨ ਪੋਲੀਟੀਕਲ ਨਾ ਹੁੰਦੇ, ਕਿਸਾਨ ਪ੍ਰੈਸ਼ਰ ਗਰੁੱਪ ਬਣ ਕੇ ਕੰਮ ਕਰਦੇ ਸਰਕਾਰ ਦੇ ਮੁਕਾਬਲੇ, ਸਰਕਾਰ ਬਣ ਕੇ ਕੰਮ ਕਰਦੇ, ਤਦ ਲੋਕਾਂ ਦਾ ਭਲਾ ਹੋ ਸਕਦਾ ਸੀ, ਜਾਂ ਪੋਲੀਟੀਕਲ ਸਿਸਟਮ ਦੇ ਵਿੱਚ ਜਾ ਕੇ ਲੱਗਦਾ ਕਿ ਕਿਸਾਨ ਆਗੂ ਜ਼ਿਆਦਾ ਬੈਟਰ ਕਰ ਸਕਦੇ ਨੇ? ਦੇਖੋ, ਜਿਵੇਂ ਬਹੁਤ ਵਾਰੀ ਪਹਿਲਾਂ ਚਰਚਾ ਚੱਲਦੀ ਰਹੀ ਹੈ ਕਿ ਧਰਮ ਤੇ ਰਾਜਨੀਤੀ ਦੇ ਵਿੱਚ ਕੀ ਸੰਬੰਧ ਹੈ ਤੇ ਕੀ ਅੰਤਰ ਹੈ, ਦੋਨਾਂ ਦੇ ਵਿੱਚ ਬੜੀ ਸੂਖਮ ਲਾਈਨ ਹੁੰਦੀ ਹੈ। ਬੀਜੇਪੀ ਕਿਤੇ ਨਾ ਕਿਤੇ ਬੈਕਗਰਾਊਂਡ ਤੇ ਧਰਮ ਨੂੰ ਰੱਖ ਕੇ ਚੱਲਦੀ ਹੈ, ਅਕਾਲੀ ਦਲ ਕਿਤੇ ਨਾ ਕਿਤੇ ਸਿੱਖ ਧਰਮ ਹੈ ਜਿਹੜਾ ਉਸ ਨੂੰ ਕੇਂਦਰ 'ਚ ਰੱਖ ਕੇ ਚੱਲਦਾ ਹੈ, ਜਾਂ ਕੁਝ ਰਾਜਨੀਤਿਕ ਪਾਰਟੀਆਂ ਕਿਸੇ ਵਿਸ਼ੇਸ਼ ਜਾਤੀ ਨੂੰ, ਕੋਈ ਆਦਮਾਂ ਦੀ ਪਾਰਟੀ ਹੈ, ਕੋਈ ਆਪਾਂ ਇਹ ਕਹਿ ਦਈਏ ਕਿ ਸ਼ਡਿਊਲ ਕਾਸਟ ਸਮਾਜ ਨੂੰ ਨਾਲ ਲੈ ਕੇ ਚੱਲਦੀ ਹੈ, ਬਹੁਜਨ ਸਮਾਜ ਨੂੰ ਨਾਲ ਲੈ ਕੇ ਚੱਲਦੀ ਹੈ। ਇਸ ਤਰੀਕੇ ਨਾਲ ਹਰ ਰਾਜਨੀਤਿਕ ਪਾਰਟੀ ਦਾ ਕੋਈ ਨਾ ਕੋਈ ਬੇਸ ਹੁੰਦਾ, ਕੋਈ ਨਾ ਕੋਈ ਕਾਡਰ ਹੁੰਦਾ। ਜਿੱਥੋਂ ਤੱਕ ਗੱਲ ਤੁਸੀਂ ਕਰੀ ਹੈ ਪ੍ਰੈਸ਼ਰ ਗਰੁੱਪ ਦੀ, ਪ੍ਰੈਸ਼ਰ ਗਰੁੱਪ ਆਪਣੇ ਆਪ ਦੇ ਵਿੱਚ ਕੀ ਹੁੰਦਾ? ਪ੍ਰੈਸ਼ਰ ਗਰੁੱਪ ਵੀ ਇੱਕ ਪੋਲੀਟੀਕਲ ਆਫਸ਼ੂਟ ਹੀ ਹੁੰਦੀ ਹੈ। ਪ੍ਰੈਸ਼ਰ ਗਰੁੱਪ ਨੇ ਅਲਟੀਮੇਟਲੀ ਕੀ ਹਾਸਲ ਕਰਨਾ ਹੁੰਦਾ? ਪ੍ਰੈਸ਼ਰ ਗਰੁੱਪ ਨੇ ਆਪਣੇ ਅਧਿਕਾਰਾਂ ਲਈ ਲੜਨਾ ਹੁੰਦਾ। ਜਦੋਂ ਅਧਿਕਾਰਾਂ ਲਈ ਲੜਿਆ ਜਾਂਦਾ ਉਹਦਾ ਨਾਂ ਜੇ ਅਸੀਂ ਪ੍ਰੈਸ਼ਰ ਗਰੁੱਪ ਰੱਖ ਦਈਏ ਤਾਂ ਕਈ ਵਾਰੀ ਸਾਨੂੰ ਇਹ ਲੱਗਦਾ ਕਿ ਉਹ ਗੈਰ ਰਾਜਨੀਤਿਕ ਹੈ, ਪਰ ਜਿਹੜੇ ਰਾਜਨੀਤਿਕ ਦਲ ਹੈ ਉਹ ਵੀ ਤਾਂ ਇਹੀ ਕੰਮ ਕਰਦੇ ਆ। ਜਦੋਂ ਅਕਾਲੀ ਦਲ ਨੇ ਮਤਲਬ ਪੰਜਾਬ ਲਈ ਜਾਂ ਇਹ ਕਹਿ ਦਈਏ ਰਾਜਾਂ ਲਈ ਧਰਮ ਯੁੱਧ ਦਾ ਮੋਰਚਾ ਲਾਇਆ ਸੀ, ਉਹਨੂੰ ਵੀ ਮੋਰਚੇ ਦਾ ਨਾਂ ਦਿੱਤਾ ਜਾਂਦਾ ਸੀ, ਉਹ ਵੀ ਇੱਕ ਆਪਣੇ ਆਪ ਦੇ ਵਿੱਚ ਪ੍ਰੈਸ਼ਰ ਗਰੁੱਪ ਸੀ। ਇਸ ਤੋਂ ਪਹਿਲਾਂ ਅੰਨਾ ਹਜ਼ਾਰੇ ਦੀ ਮੂਵਮੈਂਟ ਚੱਲੀ, ਅੰਨਾ ਹਜ਼ਾਰੇ ਵੀ ਇਹ ਕਹਿ ਰਿਹਾ ਸੀ ਕਿ ਸਾਡਾ ਇੱਕ ਪ੍ਰੈਸ਼ਰ ਗਰੁੱਪ ਹੈ ਤਾਂ ਕਿ ਸਾਰੇ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਆ ਜਾਣ। ਉਹਨਾਂ ਤੋਂ ਪਹਿਲਾਂ ਜੇਪੀ ਦੀ ਮੂਵਮੈਂਟ ਚੱਲੀ, ਜੇਪੀ ਦੀ ਮੂਵਮੈਂਟ ਵਿੱਚੋਂ ਰਾਜਨੀਤਿਕ ਨੇਤਾ ਨਿਕਲੇ, ਅੰਨਾ ਹਜ਼ਾਰੇ ਦੀ ਮੂਵਮੈਂਟ ਦੇ ਵਿੱਚੋਂ ਰਾਜਨੀਤਿਕ ਨੇਤਾ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨਿਕਲੀ। ਤਾਂ ਇਹ ਕਿਤੇ ਨਾ ਕਿਤੇ ਸੁਭਾਵਿਕ ਸੀ ਵੀ ਇਸ ਮੋਰਚੇ ਦੇ ਵਿੱਚੋਂ ਸਿੱਧੇ ਤੌਰ ਤੇ ਜਾਂ ਅਸਿੱਧੇ ਤੌਰ ਤੇ ਕੁਛ ਨਾ ਕੁਛ ਰਾਜਨੀਤਿਕ ਲੋਕ ਨਿਕਲਣਗੇ। ਜਦੋਂ ਤੁਸੀਂ ਲੋਕਾਂ ਦੀ 1 ਸਾਲ ਤੱਕ ਚੇਤਨ ਤੌਰ ਤੇ ਰਾਜਨੀਤਿਕ ਟ੍ਰੇਨਿੰਗ ਕਰਵਾ ਰਹੇ ਹੋ, ਉਹਨਾਂ ਨੂੰ ਵਿਚਾਰਧਾਰਕ ਤੌਰ ਤੇ ਸਵਾਲ ਪੁੱਛਣ ਲਈ ਖੜੇ ਕਰ ਰਹੇ ਹੋ, ਤਾਂ ਇਹ ਬੜਾ ਹੀ ਜ਼ਾਹਰਾ ਤੌਰ ਤੇ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਉਹ ਵਿਅਕਤੀਆਂ ਦੀਆਂ ਜਿਹੜੀਆਂ ਰਾਜਨੀਤਿਕ ਇਛਾਵਾਂ ਉਹ ਵੀ ਜਾਗਣਗੀਆਂ। ਇਸ ਕਰਕੇ ਜੇ ਸੰਯੁਕਤ ਕਿਸਾਨ ਮੋਰਚਾ ਆਪਾਂ ਹਾਈਪੋਥੈਟੀਕਲੀ ਮੰਨ ਵੀ ਲਈਏ ਚੋਣਾਂ ਨਾ ਲੜਦਾ ਤਾਂ ਇਹ ਵੀ ਸੰਭਵ ਸੀ। ਇਹਨਾਂ ਦੇ ਵਿੱਚੋਂ ਕੁਝ ਪ੍ਰਮੁੱਖ ਵਿਅਕਤੀਆਂ ਨੂੰ ਨਿੱਜੀ ਤੌਰ ਤੇ ਬਾਕੀ ਰਾਜਨੀਤਿਕ ਦਲ ਆਪਣੇ ਨਾਲ ਲਾ ਕੇ ਵੀ ਚੋਣਾਂ ਦੇ ਵਿੱਚ ਖੜਾ ਕਰ ਸਕਦੇ ਸੀ। ਜਿਵੇਂ ਤੁਸੀਂ ਸੰਧੂ ਸਾਹਿਬ, ਮੈਂ ਤੁਹਾਨੂੰ ਰੋਕਣਾ ਚਾਹੁੰਦਾ, ਤੁਸੀਂ ਕਿਹਾ ਕਿ ਵੀ ਰਾਜਨੀਤਿਕ ਲਾਲਸਾਵਾਂ ਜਾਗਦੀਆਂ ਨੇ, ਪਰ ਉਹਦੇ 'ਚ ਤਾਂ ਲੋਕਾਂ ਦਾ ਨੁਕਸਾਨ ਹੁੰਦਾ। ਨੁਕਸਾਨ ਇੱਦਾਂ ਕਿ ਜਦੋਂ 3 ਖੇਤੀ ਕਾਨੂੰਨ ਵਾਪਸ ਕਰ ਲਏ ਬੀਜੇਪੀ ਹਕੂਮਤ ਨੇ ਤਾਂ ਕਿਸਾਨਾਂ ਦੀ ਵਾਪਸੀ ਸੀ, ਤਾਂ ਲੋਕ ਇਹ ਗੱਲ ਸੋਚਦੇ ਸੀ ਕਿ ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਨੇ, ਜੋ ਕਰਜ਼ ਮਾਫੀ ਦੇ ਵਿੱਚ 17 ਚ ਗੱਲ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਨੇ, ਵੀ ਕੈਪਟਨ ਸਾਹਿਬ ਤਾਂ ਚਲੇ ਗਏ, ਸੀਐਮ ਚੰਨੀ ਆ ਗਏ, ਕਿ ਹੁਣ ਕਿਸਾਨ ਆਗੂ ਸਾਨੂੰ ਕਰਜ਼ ਮਾਫੀ ਦੇ ਵਿੱਚ ਸਾਡਾ ਸਹਿਯੋਗ ਕਰਨਗੇ, ਸਰਕਾਰ ਦੇ ਖਿਲਾਫ ਲੜ ਕੇ ਸਾਨੂੰ ਕੁਛ ਨਾ ਕੁਛ ਲੈ ਕੇ ਦੇਣਗੇ, ਚਾਹੇ ਬੀਜੇਪੀ ਸਰਕਾਰ ਦੇ ਖਿਲਾਫ ਜਾਂ ਫਿਰ ਮੌਜੂਦਾ ਕਾਂਗਰਸ ਸਰਕਾਰ ਦੇ ਖਿਲਾਫ। ਜਦੋਂ ਰਾਜਨੀਤਿਕ ਹੋ ਗਏ ਕਿਸਾਨ ਤਾਂ ਉਹ ਮੰਗ ਪਿੱਛੇ ਰਹਿ ਗਈ। ਤੁਹਾਡੀ ਗੱਲ ਇਹ ਮਹੱਤਵਪੂਰਨ ਹੈ, ਪਰ ਇਹਦੇ ਨਾਲ ਜੁੜਿਆ ਹੋਇਆ ਇੱਕ ਸਵਾਲ ਹੋਰ ਵੀ ਮਹੱਤਵਪੂਰਨ ਹੈ। ਉਹ ਇਹ ਹੈ ਕਿ ਹੌਲੀ ਹੌਲੀ ਜਿਹੜੇ ਵੱਖ-ਵੱਖ ਨੇਤਾ ਸੀ ਉਹਨਾਂ ਨੇ ਆਪਣੀ ਕ੍ਰੈਡੀਬਿਲਿਟੀ ਖਤਮ ਕਰ ਲਈ। ਜਦੋਂ ਤੁਸੀਂ ਕਹਿ ਰਹੇ ਹੋ ਕਿ ਜੇ ਕਿਸਾਨ ਇਲੈਕਸ਼ਨ ਨਾ ਲੜਦੇ, ਮੋਰਚਾ ਬਣਾ ਕੇ ਕਿਸਾਨੀ ਦੇ ਹੱਕਾਂ ਲਈ ਜੰਗ ਜਾਰੀ ਰੱਖਦੇ, ਤਾਂ ਇਹ ਜ਼ਿਆਦਾ ਮਹੱਤਵਪੂਰਨ ਸੀ। ਇਹਦੇ ਲਈ ਕੀ ਹੁੰਦਾ ਕਿ ਅਲਟੀਮੇਟਲੀ ਰਾਜ ਦੇ ਵਿੱਚ ਅਸੀਂ ਸਰਕਾਰ ਦੀ ਚੋਣ ਕਰਨੀ ਹੁੰਦੀ ਹੈ। ਪਿਛਲੇ ਵਾਰੀ ਲੋਕਾਂ ਨੇ ਇਹ ਸੋਚਿਆ ਕਿ ਪੰਜਾਬ ਰਾਜ ਦੇ ਵਿੱਚ ਅਸੀਂ ਜਿਹੜੀਆਂ
ਪਰੰਪਰਾਵਾਦੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਉਸ ਨੂੰ ਪਾਸੇ ਕਰਨਾ ਹੈ ਤੇ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਕੇ ਆਉਣਾ ਹੈ। ਉਹ ਆਮ ਆਦਮੀ ਪਾਰਟੀ ਦੇ ਵੱਖ-ਵੱਖ ਐਮਐਲਏ ਸੀ ਜਿਹੜੇ ਉਹਨਾਂ ਦੀ ਸਪੋਰਟ ਕੀਤੀ। ਚਲੋ ਇਹ ਇੱਕ ਵੱਖਰਾ ਸਵਾਲ ਹੈ ਕਿ ਉਹਨਾਂ ਦੀ ਸਰਕਾਰ ਨਹੀਂ ਬਣ ਸਕੀ, ਪਰ ਉਹ ਸੈਕੰਡ ਲਾਰਜੈਸਟ ਪਾਰਟੀ ਜਾਂ ਉਹਨਾਂ ਦਾ ਲੀਡਰ ਆਫ ਆਪੋਜੀਸ਼ਨ ਬਣਿਆ। ਤਾਂ ਉਹਦੇ ਵਿੱਚੋਂ ਐਂਡ ਰਿਜ਼ਲਟ ਕੀ ਨਿਕਲਿਆ? ਉਹਨਾਂ ਦੇ 10 ਤੋਂ ਵੱਧ ਐਮਐਲਏ ਸੀ ਜਿਹੜੇ ਉਹ ਬੜੇ ਆਰਾਮ ਨਾਲ ਆਪਣੀ ਪਾਰਟੀ, ਆਪਣੀ ਵਿਚਾਰਧਾਰਾ, ਕਮਿਟਮੈਂਟ, ਲੋਕਾਂ ਦੀਆਂ ਭਾਵਨਾਵਾਂ ਛੱਡ ਕੇ ਕੁਝ ਕਾਂਗਰਸ 'ਚ ਜਾ ਬੈਠੇ, ਕੁਝ ਜਿੱਥੇ ਉਹਨਾਂ ਦਾ ਮਨ ਕਰਦਾ ਸੀ ਉੱਥੇ ਜਾ ਕੇ ਬੈਠ ਗਏ। ਇਸ ਕਰਕੇ ਜਦੋਂ ਇੰਨਾ ਡਿਸਗਰੰਟਡ ਐਲੀਮੈਂਟ ਜਾਂ ਇੰਨੇ ਡਿਸਗਰੰਟਡ ਲੀਡਰ ਹੈ ਜਿਹੜੇ ਉਹ ਸੋਸਾਇਟੀ ਦੇ ਵਿੱਚ ਪਏ ਹੈ, ਤਾਂ ਕਿਸਾਨ ਕਿਸ ਤੇ ਵਿਸ਼ਵਾਸ ਕਰਕੇ ਵੋਟ ਪਾਉਂਦੇ ਕਿ ਅਸੀਂ ਇਸ ਨੂੰ ਵੋਟ ਪਾ ਰਹੇ ਹਾਂ, ਇਹ ਅੱਗੇ ਜਾ ਕੇ ਸਾਡੇ ਵਾਸਤੇ ਕੰਮ ਕਰਨਗੇ। ਇਸ ਲਈ ਮੈਨੂੰ ਇਹ ਲੱਗਦਾ ਕਿ ਐਵੇਂ ਬੁੱਕਲ 'ਚ ਗੁੜ ਭੰਨਣ ਵਾਲੀ ਗੱਲ ਨਹੀਂ ਹੈ। ਇਹ ਬਿਲਕੁਲ ਠੀਕ ਹੈ ਕਿ ਜੇ ਕਿਸਾਨ ਕਿਸੇ ਇੱਕ ਧਿਰ ਦੀ ਮਦਦ ਕਰਦੇ, ਕਿਹੜੀ ਧਿਰ ਦੀ ਮਦਦ ਕਰਦੇ? ਜੇ ਕਿਸੇ ਦੀ ਨਾ ਮਦਦ ਕਰਦੇ ਤਾਂ ਦੂਜਿਆਂ ਨੇ ਕਹਿਣਾ ਸੀ ਤੁਸੀਂ ਤਾਂ ਵਿਰੋਧੀਆਂ ਦੀ ਮਦਦ ਕੀਤੀ, ਅਸੀਂ ਤੁਹਾਡੀ ਸਪੋਰਟ ਨਹੀਂ ਕਰਦੇ। ਮੈਨੂੰ ਇਹ ਲੱਗਦਾ ਹੈ ਕਿ ਬਜਾਏ ਕਿਸੇ ਦੇ ਅਨਨੈਸੈਸਰਲੀ ਆਪਣਾ ਨਾਂ ਟੈਗ ਕਰਾਉਣ ਦੇ, ਇਹ ਇੱਕ ਸਹੀ ਫੈਸਲਾ ਹੈ ਕਿ ਉਹ ਆਪ ਸਿੱਧੇ ਤੌਰ ਤੇ ਮੈਦਾਨ ਦੇ ਵਿੱਚ ਨਿਤਰੇ ਹੈ। ਇਹਦਾ ਰਿਜ਼ਲਟ ਕੋਈ ਵੀ ਹੋ ਸਕਦਾ ਹੈ, ਕੋਈ ਦਿੱਕਤ ਨਹੀਂ ਉਹਦੇ 'ਚ। ਕਮ ਸੇ ਕਮ ਇਹ ਹੋਊਗਾ ਕਿ ਉਹਨਾਂ ਨੇ ਇਕੱਠੇ ਹੋ ਕੇ ਲੜਨ ਦੀ ਹਿੰਮਤ ਕੀਤੀ ਹੈ, ਉਹਨਾਂ ਨੇ ਅੱਗੇ ਆਉਣ ਦੀ ਹਿੰਮਤ ਕੀਤੀ ਹੈ। ਘੱਟੋ ਘੱਟ ਮੈਂ ਇਹ ਜ਼ਰੂਰ ਮੰਨ ਸਕਦਾ ਹਾਂ ਕਿ ਉਹ ਲੀਡਰ ਜਿਹੜੇ ਤੀਜੇ ਦਿਨ ਪਾਰਟੀ ਬਦਲਦੇ ਹੈ, ਤਾਂ ਕਿਸਾਨ ਜਿਹੜੇ 1 ਸਾਲ ਤੋਂ ਇਕੱਠੇ ਬੈਠੇ ਰਹੇ, ਜਿਨ੍ਹਾਂ ਨੇ ਪਾਲਾ ਨਹੀਂ ਬਦਲਿਆ, ਮੈਨੂੰ ਪੂਰੀ ਉਮੀਦ ਹੈ ਵੀ ਸ਼ਾਇਦ ਉਹਨਾਂ ਨਾਲੋਂ ਵੱਧ ਇਮਾਨਦਾਰੀ ਨਾਲ ਇਹ ਆਪਣੇ ਸਟੈਂਡ ਤੇ ਖੜਨਗੇ। ਪਰ ਇਸ ਲੜਾਈ ਦੇ ਵਿੱਚ ਜਾਣ ਕਰਕੇ ਕਿਸਾਨ ਲੀਡਰ ਵੰਡੇ ਤਾਂ ਗਏ ਨਾ, ਜਥੇਬੰਦੀਆਂ ਪਾਟੋ ਧਾੜ ਹੋ ਗਈਆਂ। ਬਲਵੀਰ ਸਿੰਘ ਰਾਜੇਵਾਲ ਨੇ ਡੱਲੇਵਾਲ ਸਾਹਿਬ ਤੇ ਇਲਜ਼ਾਮ ਲਾਤੇ ਕਿ ਉਹ ਆਰਐਸਐਸ ਦੇ ਬੰਦੇ ਨੇ, ਯਾਨੀ ਕਿ ਤੁਹਾਡੀ ਤਾਕਤ ਵੰਡੀ ਗਈ। ਜੇਕਰ ਤੁਸੀਂ ਪੋਲੀਟੀਕਲ ਲਾਈਨ ਦੇ ਵਿੱਚ ਨਾ ਜਾਂਦੇ, ਲੋਕਾਂ ਲਈ ਤੁਸੀਂ ਸਾਹਮਣੇ ਖੜਦੇ ਸਰਕਾਰ ਦੇ, ਤਾਂ ਤੁਸੀਂ ਇਕੱਠੇ ਰਹਿਣਾ ਸੀ। ਜਦੋਂ ਤੁਹਾਡੀ ਲਾਲਸਾਵਾਂ ਜਾਗੀਆਂ ਪੋਲੀਟੀਕਲ, ਤਾਂ ਤੁਹਾਡਾ ਆਪਸੀ ਦਫਾੜ ਪੈ ਗਿਆ। ਦੇਖੋ, ਜੇ ਮੈਂ ਥੋੜੀ ਜਿਹੀ ਸਿੱਖ ਇਤਿਹਾਸ 'ਚੋਂ ਗੱਲ ਕਰਾਂ, ਤੁਸੀਂ ਮਿਸਲਾਂ ਬਾਰੇ ਸੁਣਿਆ ਹੋਊਗਾ। ਜਿਹੜੀਆਂ ਮਿਸਲਾਂ ਸੀ ਉਹ ਬਹੁਤ ਵਾਰੀ ਇੱਕ ਦੂਜੇ ਨਾਲ ਵੀ ਲੜਦੀਆਂ ਰਹਿੰਦੀਆਂ ਸੀ, ਪਰੰਤੂ ਜਦੋਂ ਕਿਤੇ ਵੱਡਾ ਮਿਸ਼ਨ ਹੁੰਦਾ ਉਹ ਆਪਸੀ ਮਤਭੇਦ ਭੁਲਾ ਕੇ ਇਕੱਠੀਆਂ ਹੋ ਕੇ ਦੁਸ਼ਮਣ ਦੇ ਖਿਲਾਫ ਲੜਨ ਲੱਗ ਜਾਂਦੀਆਂ ਸੀ। ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੀਆਂ ਇਹ ਸਾਰੀਆਂ ਜਥੇਬੰਦੀਆਂ, ਜੇ ਇਹਨਾਂ 'ਚ ਵਿਚਾਰਧਾਰਕ ਸਾਂਝ ਹੁੰਦੀ ਤਾਂ ਇੰਨੀਆਂ ਜਥੇਬੰਦੀਆਂ ਨੂੰ ਸਾਂਝਾ ਮੋਰਚਾ ਬਣਾਉਣ ਦੀ ਲੋੜ ਹੀ ਨਹੀਂ ਸੀ। ਇਹ ਆਪਣਾ ਇੱਕ ਲੀਡਰ ਬਣਾਉਂਦੇ, ਉਹਦੀ ਕਮਾਂਡ ਹੇਠਾਂ ਕੰਮ ਕਰਦੇ ਜਾਂਦੇ। ਇਸ ਕਰਕੇ ਅਸੀਂ ਜ਼ਾਹਰਾ ਤੌਰ ਤੇ ਜਾਣਦੇ ਹਾਂ ਕਿ ਇਹਨਾਂ ਦਾ ਟੀਚਾ ਇੱਕ ਸੀ। ਉਸ ਟੀਚੇ ਕਰਕੇ ਇਹ ਸਾਰੀਆਂ ਜਥੇਬੰਦੀਆਂ ਅੱਡ-ਅੱਡ ਵਿਚਾਰਧਾਰਾ ਹੋਣ ਦੇ ਬਾਵਜੂਦ ਵੀ ਇਕੱਠੀਆਂ ਰਹੀਆਂ। ਇਹਨਾਂ ਸਾਰਿਆਂ ਦੀ ਪ੍ਰਾਪਤੀ ਕੀ ਰਹੀ ਕਿ ਇਹਨਾਂ ਨੇ ਆਪਣੇ ਉੱਪਰ ਕਿਸੇ ਵਿਸ਼ੇਸ਼ ਧਰਮ ਦਾ, ਕਿਸੇ ਵਿਸ਼ੇਸ਼ ਰਾਜਨੀਤਿਕ ਦਲ ਦਾ, ਕਿਸੇ ਵਿਸ਼ੇਸ਼ ਖਿੱਤੇ ਦਾ ਜਾਂ ਕਿਸੇ ਵਿਸ਼ੇਸ਼ ਕਿਸਮ ਦੇ ਧਾਰਮਿਕ ਸੰਪਰਦਾਇ ਜਾਂ ਜਾਤੀ ਦਾ ਲੈਵਲ ਨਹੀਂ ਲੱਗਣ ਦਿੱਤਾ। ਇਹਨਾਂ ਦੇ ਵਿੱਚ ਹਿੰਦੂ, ਮੁਸਲਮਾਨ, ਸਿੱਖ, ਪੰਜਾਬੀ ਸਾਰੇ ਕਿਸਮ ਦੇ ਕਿਸਾਨ ਇਕੱਠੇ ਹੋ ਕੇ ਲੜੇ। ਹੁਣ ਜਦੋਂ ਅਸੀਂ ਗੱਲ ਕਰਦੇ ਕਿ ਆਪਸੀ ਵਿਰੋਧ ਜਾਂ ਮਤਭੇਦ ਦੇ, ਆਪਸੀ ਵਿਰੋਧ ਜਾਂ ਮਤਭੇਦ ਕਿਸ ਪਾਰਟੀ ਦੇ ਵਿੱਚ ਨਹੀਂ? ਜਿਹੜੀ ਰਾਜ ਕਰ ਰਹੀ ਪਾਰਟੀ ਹੈ ਉਸ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਅੱਜ ਪਾਰਟੀ ਦੇ ਵਿੱਚ ਇਲੈਕਸ਼ਨ ਦੇ ਸਮੇਂ ਇਲੈਕਸ਼ਨ ਡਿਕਲੇਅਰ ਕਰਨ ਲਈ ਉਹਨਾਂ ਦੀ 1-2 ਦਿਨ ਪਹਿਲਾਂ ਮੀਟਿੰਗ ਹੋਈ। ਆਪਣੇ ਪ੍ਰਮੁੱਖ ਜਿਹੜੇ ਦਿੱਲੀ ਦੇ ਵਿੱਚ ਬੈਠੇ ਆ ਕਾਂਗਰਸ ਪਾਰਟੀ ਦੀ, ਉੱਥੇ ਵੀ ਇੱਕ ਦੂਜੇ ਦਾ ਵਿਰੋਧ ਸਾਨੂੰ ਦੇਖਣ ਨੂੰ ਮਿਲਿਆ। ਇਸੇ ਤਰੀਕੇ ਨਾਲ ਹਰ ਟਿਕਟ ਦੇ ਉੱਪਰ, ਮਾਨਸਾ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਟਿਕਟ ਸੀ, ਯੂਥ ਅਕਾਲੀ ਦਲ ਇੱਕ ਪਾਸੇ ਵਿਰੋਧ ਕਰ ਰਿਹਾ ਸੀ, ਨਾਜਰ ਸਿੰਘ ਮਾਨਸ਼ਾਹੀਆ ਦੂਜੇ ਪਾਸੇ ਵਿਰੋਧ ਕਰ ਰਿਹਾ ਸੀ। ਬਹੁਤੀਆਂ ਪਾਰਟੀਆਂ ਦੇ ਵਿੱਚ ਇੱਕ ਉਮੀਦਵਾਰ ਤੇ ਵੱਡੇ ਵਿਰੋਧ ਹੈ। ਇਸੇ ਤਰੀਕੇ ਨਾਲ ਅਕਾਲੀ ਦਲ ਦੇ ਵਿੱਚੋਂ ਢੀਂਡਸਾ ਜੀ ਛੱਡ ਕੇ ਗਏ, ਬ੍ਰਹਮਪੁਰਾ ਜੀ ਛੱਡ ਕੇ ਗਏ, ਹੋਰ ਬਹੁਤ ਸਾਰੀਆਂ ਪਾਰਟੀਆਂ ਨੇ ਇਸ ਕਿਸਮ ਨਾਲ ਕੀਤਾ ਹੈ। ਮੈਨੂੰ ਇਹ ਲੱਗਦਾ ਕਿ ਵੱਖ-ਵੱਖ ਗਰੁੱਪਾਂ ਦਾ ਵਿਰੋਧ ਹੋਣਾ ਬੜਾ ਜਾਇਜ਼ ਹੈ, ਇਹ ਹੁੰਦਾ ਵੀ ਹੈ। ਪਰ ਜੇ 22 ਜਥੇਬੰਦੀਆਂ ਇਕੱਠੀਆਂ ਹੋ ਕੇ ਲੜਦੀਆਂ, ਜਿਹੜੀਆਂ ਕਿਸਾਨ ਜਥੇਬੰਦੀਆਂ ਅੱਜ ਇਲੈਕਸ਼ਨ 'ਚੋਂ ਬਾਹਰ ਹੈ ਜਾਂ ਸਿੱਧੇ ਤੌਰ ਤੇ ਇਲੈਕਸ਼ਨ ਨਹੀਂ ਲੜ ਰਹੀਆਂ, ਅਸੀਂ ਕੀ ਮੰਨ ਲਈਏ ਕਿ ਉਹ ਸਾਰੇ ਦੇ ਸਾਰੇ ਖਿੱਤੇ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਸਰਗਰਮੀ ਜ਼ਿਆਦਾ ਹੈ, ਉੱਥੋਂ ਦੇ ਸਾਰੇ ਲੋਕ ਪੂਰਨ ਤੌਰ ਤੇ 100% ਉਹਨਾਂ ਦੇ ਕਹੇ ਤੇ ਵੋਟ ਪਾਉਣਗੇ? ਨਹੀਂ। ਜੇ ਉਹ ਨਹੀਂ ਪਾਉਣਗੇ ਤਾਂ ਉਹ ਜ਼ਰੂਰ, ਜੇ ਇੱਕ ਕਿਸਾਨ ਨੇਤਾ ਖੜਾ ਹੈ ਤੇ ਦੂਸਰੇ ਪਾਸੇ ਉਹਨਾਂ ਨੂੰ ਕੋਈ ਬਾਹਰ ਦਾ ਨੇਤਾ ਆ ਕੇ ਖੜਿਆ ਹੈ, ਤਾਂ ਉਹ ਸਿਲੈਕਸ਼ਨ ਬੜੀ ਓਬਵੀਅਸ ਹੋ ਜਾਂਦੀ ਹੈ ਕਿ ਉਹ ਵੋਟ ਕਿਹਨੂੰ ਪਾਉਣਗੇ। ਇਸ ਲਈ ਮੈਨੂੰ ਇਹ ਲੱਗਦਾ ਹੈ ਕਿ ਭਾਵੇਂ ਕੁਝ ਪਾਰਟੀਆਂ ਬਾਹਰ ਰਹਿ ਗਈਆਂ, ਪਰ ਉਹ ਬਾਹਰ ਰਹਿ ਕੇ ਇਹਨਾਂ ਦੇ ਖਿਲਾਫ ਕੋਈ ਵੱਡਾ ਮੁਹਾਜ ਲੈ ਕੇ ਇਹਨਾਂ ਦਾ ਵਿਰੋਧ ਨਹੀਂ ਕਰ ਰਹੀਆਂ। ਅਲਟੀਮੇਟਲੀ ਜਦੋਂ ਜੇ ਇਹ ਸਹੀ ਤਰੀਕੇ ਨਾਲ ਆਪਣੇ ਕੈਂਡੀਡੇਟ ਡਿਕਲੇਅਰ ਕਰ ਜਾਂਦੇ ਆ, ਤਾਂ ਇਹ ਬਹੁਤ ਸਾਰੀਆਂ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਉਹਨਾਂ ਲਈ ਵੀ ਖਤਰਾ ਹੋਣਗੇ। ਹੋ ਸਕਦਾ ਹੈ, ਰਾਜਨੀਤੀ ਸੰਭਾਵਨਾਵਾਂ ਦੀ ਗੇਮ ਹੈ,
ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨਾਂ ਚੋਂ 10 15 20 30 50 ਜਿੰਨੇ ਵੀ ਐਮਐਲਏ ਜਿੱਤਦੇ ਹੈ, ਜੇ ਉਹ ਰਾਜਨੀਤਿਕ ਪਾਰਟੀ ਨਹੀਂ ਬਦਲਦੇ, ਆਪਣੇ ਉਦੇਸ਼ ਤੇ ਖੜੇ ਰਹਿੰਦੇ ਆ, ਤਾਂ ਘੱਟੋ ਘੱਟ ਮੈਂ ਇਹ ਕਹੂੰਗਾ ਕਿ ਪੰਜਾਬ ਲਈ ਦਲ ਬਦਲੂਆਂ ਨੂੰ ਚੁਣ ਕੇ ਵਿਧਾਨ ਸਭਾ 'ਚ ਭੇਜਣ ਨਾਲੋਂ ਕਿਸਾਨਾਂ ਨੂੰ ਚੁਣਨਾ ਸ਼ੁਭ ਸ਼ਗਨ ਹੋਊਗਾ। ਕਈ ਲੋਕ ਆਹ ਸਵਾਲ ਖੜਾ ਕਰਦੇ ਨੇ ਕਿ ਲੜਾਈ ਵੱਡੀ ਜਿੱਤੀ ਕਿਸਾਨ ਆਗੂਆਂ ਨੇ, ਤੇ ਜੋ ਪੋਲੀਟੀਕਲ ਲੜਾਈ ਸ਼ੁਰੂ ਕੀਤੀ ਇਹ ਛੋਟੇ ਲੈਵਲ ਤੋਂ ਸ਼ੁਰੂ ਕਰ ਲਈ। ਜੋ ਇਹ ਲੜਾਈ ਦਾ ਰੂਪ ਸੀ ਇਹਨਾਂ ਨੂੰ ਭਾਰਤ ਪੱਧਰ ਉੱਤੇ ਰੱਖਣਾ ਚਾਹੀਦਾ ਸੀ ਆਹ ਚੋਣਾਂ ਲੜਨ ਦਾ। ਬਿਲਕੁਲ ਠੀਕ ਹੈ। ਲੜਾਈ ਜਿੱਤੀ ਕੀ, ਬੇਸਿਕਲੀ ਕਿਸਾਨਾਂ ਦੀ ਪ੍ਰਾਪਤੀ ਕੀ ਹੋਈ, ਇਹ ਵੱਡੇ ਸਵਾਲ ਹੈ। ਸਾਡਾ ਕੋਈ ਬੰਦਾ ਰਸਤਾ ਬੰਦ ਕਰ ਦਿੰਦਾ ਹੈ ਕਿ ਤੁਸੀਂ ਇਸ ਸੜਕ ਤੋਂ ਅੱਗੇ ਨਹੀਂ ਜਾਣਾ, ਅਸੀਂ ਸੰਘਰਸ਼ ਕਰਕੇ ਉਹ ਆਪਣਾ ਰਸਤਾ ਖਲਵਾ ਲੈਂਦੇ ਹਾਂ। ਇਹਦਾ ਮਤਲਬ ਇਹ ਹੈ ਕਿ ਅਸੀਂ ਸਟੇਟਸ ਕੋ ਦੀ ਪੋਜੀਸ਼ਨ 'ਚ ਆਏ। ਸਾਡੇ ਖੇਤੀ ਦੀਆਂ ਜੋ ਭਵਿੱਖ 'ਚ ਨੁਕਸਾਨ ਹੋਣਾ ਸੀ ਉਸ ਤੋਂ ਦਾ ਬਚਾਅ ਹੋਇਆ। ਹਾਂ, ਜੋ ਮੈਂ ਉਹੀ ਕਹਿ ਰਿਹਾ ਕਿ ਸਾਡਾ ਉਹਨਾਂ ਨੇ ਜੋ ਇੱਕ ਨੁਕਸਾਨ ਕਰਨ ਲਈ ਇੱਕ ਆਪਣੇ ਵੱਲੋਂ ਇਹ ਕਹਿ ਦਈਏ ਕਿ ਇੱਕ ਕਾਨੂੰਨ ਬਣਾਉਣ ਦੀ ਪੇਸ਼ਕਸ਼ ਕੀਤੀ ਜਾਂ ਬਣਾਏ ਵੀ, ਉਹਦੇ ਨਾਲ ਉਹਨਾਂ ਨੇ ਚੈੱਕ ਕਰਿਆ ਕਿ ਇਹਦਾ ਰਿਐਕਸ਼ਨ ਕਿੰਨਾ ਕੁ ਹੁੰਦਾ ਹੈ, ਸਾਰਾ ਜ਼ੋਰ ਲਾ ਕੇ ਉਸ ਨੂੰ ਵਾਪਸ ਕਰਵਾਇਆ। ਪਰ ਇਸ ਤੋਂ ਵੀ ਇੰਪੋਰਟੈਂਟ ਚੀਜ਼ਾਂ ਦੋ ਹੈ ਕਿ ਜਿਹੜਾ ਕਿਸਾਨ ਅਜੇ ਤੱਕ ਵੀ ਜਿਹੜਾ ਸਾਡਾ ਮਿਨੀਮਮ ਸਪੋਰਟ ਪ੍ਰਾਈਸ ਹੈ ਉਸ ਨੂੰ ਕਾਨੂੰਨੀ ਦਰਜਾ ਨਹੀਂ ਦਵਾ ਸਕੇ। ਦੂਸਰੀ ਗੱਲ ਇਹ ਹੈ ਕਿ ਜਦੋਂ ਕਿਸਾਨ ਆਪਾਂ ਇਹ ਕਹੀਏ ਕਿ ਨੈਸ਼ਨਲ ਲੈਵਲ ਤੇ ਉਹਨਾਂ ਨੂੰ ਲੜਨਾ ਚਾਹੀਦਾ ਹੈ। ਕਿ ਜਿਹੜੀ ਪਹਿਲੀ ਮੋਰਚੇ ਵਿੱਚੋਂ ਨਿਕਲੀ ਹੋਈ ਰਾਜਨੀਤਿਕ ਪਾਰਟੀ ਆਮ ਆਦਮੀ ਪਾਰਟੀ ਹੈ, ਉਹ ਨੈਸ਼ਨਲ ਲੈਵਲ ਤੇ ਚਲੇ ਗਏ। ਸਾਨੂੰ ਬਿਗਨਿੰਗ ਹੈ ਜਿਹੜੀ, ਭਾਵੇਂ ਕੋਈ ਵੀ ਰਾਜਨੀਤਿਕ ਪਾਰਟੀ ਹੋਵੇ, ਉਹਨਾਂ ਨੂੰ ਇੱਕ ਛੋਟੇ ਜਗ੍ਹਾ ਤੋਂ ਕਰਨੀ ਪੈਂਦੀ ਹੈ, ਉਸ ਤੋਂ ਬਾਅਦ ਉਹ ਐਕਸਪੈਂਡ ਹੁੰਦੀ ਹੈ। ਜੇ ਅਸੀਂ ਕਹੀਏ ਕਿ ਵੱਡੇ ਪੱਧਰ ਤੇ ਇਹਨਾਂ ਨੇ ਕਰਨੀ ਸੀ, ਤਾਂ ਅਸੀਂ ਇਹ ਮੰਨੀਏ ਕਿ ਪੰਜਾਬ ਦੇ ਵਿੱਚ ਕਿਸਾਨਾਂ ਦਾ ਜਿਹੜਾ ਪਹਿਲਾ ਰਾਜਨੀਤਿਕ ਐਕਟ ਨਹੀਂ ਹੈਗਾ। ਜੇ ਅਸੀਂ ਇਹਨੂੰ ਮੰਨੀਏ, ਇਹ ਪਹਿਲਾਂ ਕਿਸਾਨ ਆਪਣੀ ਟੈਸਟਿੰਗ ਕਰ ਚੁੱਕੇ ਹੈ। ਬੰਗਾਲ ਦੇ ਵਿੱਚ ਇਹਨਾਂ ਨੇ ਜਾ ਕੇ ਡਿਕਲੇਅਰ ਕਰਕੇ ਉੱਥੇ ਬੀਜੇਪੀ ਦਾ ਵਿਰੋਧ ਕੀਤਾ। ਉਹ ਇਹਨਾਂ ਦਾ ਪਹਿਲਾ ਰਾਜਨੀਤਿਕ ਐਕਟ ਸੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ। ਇਸ ਕਰਕੇ ਮੈਂ ਕਹੂੰਗਾ ਕਿ ਪੰਜਾਬ ਦੇ ਵਿੱਚ ਚੋਣਾਂ ਲੜਨ ਦਾ ਜਿਹੜਾ ਫੈਸਲਾ ਹੈ, ਇਹ ਪਹਿਲਾ ਫੈਸਲਾ ਨਹੀਂ, ਇਹ ਦੂਸਰਾ ਫੈਸਲਾ ਹੈ। ਬੰਗਾਲ ਦੇ ਤਜਰਬੇ ਦੇ ਵਿੱਚੋਂ ਆ ਕੇ ਇਹਨਾਂ ਨੇ ਇਹ ਮਹਿਸੂਸ ਕੀਤਾ ਕਿ ਅਸੀਂ ਇਸ ਗੱਲ ਨੂੰ ਵੀ ਟਰਾਈ ਕਰਕੇ ਦੇਖੀਏ, ਇਸ ਗੱਲ ਦੀ ਵੀ ਸੰਭਾਵਨਾ ਨੂੰ ਐਕਸਪਲੋਰ ਕਰਕੇ ਦੇਖੀਏ। ਮੈਨੂੰ ਇਹ ਲੱਗਦਾ ਹੈ ਕਿ ਜੇ ਸਾਡੀਆਂ ਜਿਹੜੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਹੈ, ਉਹ ਆਪਣੀ ਮਰਜ਼ੀ ਨਾਲ ਜਿਹੜੇ ਮਰਜ਼ੀ ਤਾਂਗੇ ਵਾਲੇ ਨੂੰ ਘੋੜੇ ਵਾਲੇ ਨੂੰ ਟਿਕਟ ਦੇਣ ਦੀ ਆਪਦੀ ਮਰਜ਼ੀ ਰੱਖਦੀਆਂ ਹੈ, ਤਾਂ ਇਸ 'ਚ ਕੀ ਮਾੜਾ ਹੈ ਜੇ ਪੜ੍ਹੇ ਲਿਖੇ ਜਿਨ੍ਹਾਂ ਵਿਅਕਤੀਆਂ ਨੇ ਕਿਸਾਨੀ ਮੋਰਚੇ 'ਚ ਸੰਘਰਸ਼ ਕੀਤਾ ਹੈ, ਜਿਹੜੇ ਬੰਦੇ ਕਿਸਾਨੀ ਮੁੱਦਿਆਂ ਨੂੰ ਜਾਣਦੇ ਆ, ਸਮਝਦੇ ਆ, ਭਾਵੇਂ ਉਹ ਜਿੰਨੀ ਮਰਜ਼ੀ ਗਿਣਤੀ ਦੇ ਵਿੱਚ ਆਉਣ, ਕਮ ਸੇ ਕਮ ਉਹ ਵਿਧਾਨ ਸਭਾ 'ਚ ਸਿੱਧਾ ਪ੍ਰਸ਼ਨ ਤਾਂ ਕਰ ਸਕਦੇ ਆ ਕਿ ਤੁਸੀਂ ਇਹਨਾਂ ਗੱਲਾਂ ਤੇ ਸਾਨੂੰ ਜਵਾਬ ਦਿਓ। ਬਾਕੀ ਗੱਲ ਇਹ ਹੈ ਕਿ ਹਰ ਇੱਕ ਵਿਅਕਤੀ ਨੂੰ ਚੋਣਾਂ ਲੜਨ ਦਾ ਅਧਿਕਾਰ ਹੈ। ਜੇ ਉਹ ਐਸਾ ਨਹੀਂ ਕਰਨਗੇ ਤਾਂ ਦੂਸਰੀ ਵਾਰੀ ਉਹ ਚੰਗੀ ਤਰ੍ਹਾਂ ਜਾਣਦੇ ਹੈ ਕਿ ਉਹਨਾਂ ਨੂੰ ਨਾ ਸਿਰਫ ਰਾਜਨੀਤਿਕ ਤੌਰ ਤੇ ਬਲਕਿ ਮੋਰਚੇ ਦੀ ਤੌਰ ਤੇ ਵੀ ਸਪੋਰਟ ਨਹੀਂ ਮਿਲੂਗੀ। ਇਸ ਲਈ ਮੈਨੂੰ ਇਹ ਲੱਗਦਾ ਹੈ ਕਿ ਜਿਹੜੀਆਂ ਉਹਨਾਂ ਨੇ ਸੰਭਾਵਨਾਵਾਂ ਐਕਸਪਲੋਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹਦੇ ਰਿਜ਼ਲਟ ਕੁਝ ਵੀ ਹੋ ਸਕਦੇ ਆ। ਆਪਾਂ ਇਹ ਮੰਨ ਕੇ ਨਾ ਚੱਲੀਏ ਕਿ ਇਹਦੇ ਰਿਜ਼ਲਟ ਮਾੜੇ ਹੋਣਗੇ, ਤੇ ਰਿਜ਼ਲਟ ਚੰਗੇ ਵੀ ਹੋ ਸਕਦੇ ਆ। ਪਰ ਜੋ ਕਿਸਾਨ ਆਗੂਆਂ ਦੇ ਸਾਥੀ ਕਿਸਾਨ ਆਗੂ ਨੇ ਵੱਡੇ, ਉਹੀ ਗੱਲ ਕਹਿੰਦੇ ਨੇ, ਜਿਵੇਂ ਉਦਾਹਰਨ ਤੌਰ ਤੇ ਜੋਗਿੰਦਰ ਸਿੰਘ ਰਾਹ ਨੇ ਗੱਲ ਕਹੀ ਆ, ਉਹ ਕਹਿੰਦੇ ਇਹ ਸਿਸਟਮ ਪੋਲੀਟੀਕਲ ਇੰਨਾ ਗੰਦਲਾ ਹੋ ਚੁੱਕਿਆ ਕਿ ਭਾਵੇਂ ਰਾਜੇਵਾਲ ਸਾਹਿਬ ਮੁੱਖ ਮੰਤਰੀ ਵੀ ਬਣ ਜਾਣ, ਬਾਕੀ ਜਿੱਤ ਕੇ ਐਮਐਲਏ ਵੀ ਬਣ ਜਾਣ, ਵੀ ਕਿਸਾਨਾਂ ਦਾ ਸਵਾਰ ਕੁਛ ਨਹੀਂ ਸਕਦੇ। ਇਸ ਸਿਸਟਮ ਨੂੰ ਸੁਧਾਰਨ ਦੇ ਲਈ ਦੇਸ਼ ਪੱਧਰ ਉੱਤੇ ਇੱਕ ਬੜੇ ਵੱਡੇ ਅੰਦੋਲਨ ਦੀ ਲੋੜ ਹੈ। ਦੇਖੋ, ਉਗਰਾਹਾਂ ਸਾਹਿਬ ਇਹ ਕਹਿੰਦੇ ਆ ਕਿ ਸਾਨੂੰ ਦੇਸ਼ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਤੇ ਇਹਦੇ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਉਹ ਤਾਂ ਇਹ ਕਹਿੰਦੇ ਆ ਕਿ ਵਿਸ਼ਵ ਪੱਧਰ ਤੇ ਜਿਹੜੀਆਂ ਕਾਰਪੋਰੇਟ ਸ਼ਕਤੀਆਂ ਜਦੋਂ ਉਹ ਵੱਡੇ ਫੈਸਲੇ ਲੈਂਦੀਆਂ ਤਾਂ ਉਹਨਾਂ ਦੇ ਫੈਸਲੇ ਇੰਪੈਕਟ ਕਰਦੇ ਆ ਸਾਰੀ ਜਗ੍ਹਾ ਤੇ। ਪਰ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਰਾਜਨੀਤਿਕ ਤੌਰ ਤੇ ਲੋਕਲ ਲੈਵਲ ਤੇ ਫੈਸਲੇ ਕਿਹਨੇ ਲੈਣੇ ਹੁੰਦੇ ਆ? ਉਹ ਮੁੱਖ ਮੰਤਰੀ ਨੇ ਲੈਣੇ ਹੁੰਦੇ ਆ, ਪ੍ਰਧਾਨ ਮੰਤਰੀ ਨੇ ਲੈਣੇ ਹੁੰਦੇ ਆ। ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਕਿਹਦੀ ਗੱਲ ਸੁਣਦੇ ਆ? ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚੋਂ ਸਿਰਫ ਇੱਕ MP, ਜੇ ਮੈਂ ਨਾਂ ਲੈ ਕੇ ਗੱਲ ਕਰਾਂ ਤਾਂ ਭਗਵੰਤ ਮਾਨ ਸੀ, ਜਿਹੜਾ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਕੱਲਾ ਹੀ ਕਵਿਤਾ ਦੇ ਮਾਧਿਅਮ ਰਾਹੀਂ ਜਾਂ ਕਿਸੇ ਨਾ ਕਿਸੇ ਮਾਧਿਅਮ ਰਾਹੀਂ ਸਫਲਤਾ ਨਾਲ ਉਠਾਉਂਦਾ ਰਿਹਾ। ਇਸ ਕਰਕੇ ਜੇ 550 ਦੀ ਗਿਣਤੀ ਦੇ ਵਿੱਚ ਇੱਕ ਬੰਦਾ ਆਪਣੀ ਗੱਲ ਦਰਜ ਕਰਵਾ ਦਿੰਦਾ ਹੈ, ਤੇ ਜੇ ਕਿਸਾਨ ਮੋਰਚੇ ਦੇ ਕੁਝ ਬੰਦੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਆਉਣਗੇ, ਉਹ ਉੱਥੇ ਬੈਠੇ ਹੋਣਗੇ, ਤਾਂ ਕਮ ਸੇ ਕਮ ਉੱਥੇ ਜਾ ਕੇ ਉਹ ਆਪਣੀ ਗੱਲ ਤਾਂ ਦਰਜ ਕਰਾ ਸਕਦੇ ਆ। ਇਸ ਪੱਖੋਂ ਮੈਂ ਇਹਨੂੰ ਪੋਜ਼ਿਟਿਵ ਵੇ ਦੇ ਵਿੱਚ ਸੋਚਦਾ। ਦੂਸਰੀ ਗੱਲ ਇਹ ਹੈ ਕਿ ਹਰ ਸੰਘਰਸ਼ ਦੇ ਵਿੱਚ ਬਹੁਤ ਸਾਰੇ ਲੈਵਲ ਦੇ ਉੱਪਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆਪਾਂ ਇਹ ਕਹਿੰਦੇ ਸੰਘਰਸ਼ ਚੱਲਦੇ ਰਹਿੰਦੇ ਆ। ਜਦੋਂ ਦੇਸ਼ ਦੀ ਆਜ਼ਾਦੀ ਦੀ ਮੂਵਮੈਂਟ ਚੱਲ ਰਹੀ ਸੀ, ਇੱਕ ਪਾਸੇ ਉਦੋਂ ਇਹ ਕਿਹਾ ਜਾਂਦਾ ਸੀ, ਮਹਾਤਮਾ ਗਾਂਧੀ ਕਹਿੰਦਾ ਸੀ ਕਿ ਸ਼ਾਂਤੀਮਈ ਸੰਘਰਸ਼ ਹੋਣਾ ਚਾਹੀਦਾ, ਅਹਿੰਸਾ ਹੋਣੀ ਚਾਹੀਦੀ ਹੈ, ਉਹਨਾਂ ਦਾ ਇੱਕ ਆਪਣਾ ਥਾਟ ਸੀ। ਦੂਜੇ ਪਾਸੇ ਬੰਗਾਲ ਦੇ ਵਿੱਚ ਸੁਭਾਸ਼ ਚੰਦਰ ਬੋਸ,
ਉਹ ਆਪਣੀ ਆਜ਼ਾਦ ਹਿੰਦ ਫੌਜ ਨਾਲ ਲੜ ਰਿਹਾ ਸੀ। ਤੀਸਰੇ ਪਾਸੇ ਜਿਹੜੀ ਨੌਜਵਾਨ ਭਾਰਤ ਸਭਾ ਸ਼ਹੀਦ ਭਗਤ ਸਿੰਘ ਹੋਣੀ, ਇਹ ਆਪਣੇ ਤਰੀਕੇ ਨਾਲ ਲੜ ਰਹੇ ਸੀ, ਪਰੰਤੂ ਸਾਰਿਆਂ ਦਾ ਮਿਸ਼ਨ ਜਾਂ ਉਦੇਸ਼ ਇੱਕ ਹੀ ਸੀ। ਅਲਟੀਮੇਟਲੀ ਕਿਸ ਦਾ ਪ੍ਰੈਸ਼ਰ ਕਿੰਨਾ ਪਿਆ, ਇਹ ਜਿਹੜੇ ਵਿਦਵਾਨ ਹੈ ਉਹਨਾਂ ਦੀ ਚਰਚਾ ਦਾ ਵਿਸ਼ਾ ਰਹਿੰਦਾ ਹਮੇਸ਼ਾ ਹੀ। ਇਤਿਹਾਸ 'ਚ ਭਾਵੇਂ ਇਹ ਗੱਲਾਂ ਬਾਰੇ ਆਪਣੇ ਆਪਣੇ ਨਿਰਣੇ ਦਿੱਤੇ ਹੈ। ਇਵੇਂ ਜਿਵੇਂ ਮੈਂ ਇਹ ਕਹਿਣਾ ਕਿ ਜੇ ਕਿਸਾਨ ਮੋਰਚਾ ਆਪਣੀ ਅੱਜ ਗੱਲ ਕਰ ਰਿਹਾ, ਕਿਸਾਨਾਂ ਦੀ ਗੱਲ ਕਰ ਰਿਹਾ, ਤਾਂ ਸਾਡੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਕਦੇ ਉਹ ਗੁਟਕਾ ਸਾਹਿਬ ਲੈ ਕੇ ਸਹੁੰ ਖਾ ਲੈਂਦੀਆਂ, ਕਦੇ ਕਹਿ ਦਿੰਦੇ ਆ ਬੱਸ ਕਿਰਾਏ ਮੁਫਤ ਕਰ ਦਿਆਂਗੇ, ਕੋਈ ਕਹਿ ਦਿੰਦਾ ਜੀ ਅਸੀਂ ਬਿਜਲੀ ਦੇ ਇੰਨੇ ਯੂਨਿਟ ਮੁਫਤ ਕਰ ਦਿਆਂਗੇ, ਕੋਈ ਕਹਿੰਦਾ ਬਠਿੰਡੇ ਵਾਲਾ ਥਰਮਲ ਪਲਾਂਟ ਉੱਤੇ 750 ਕਰੋੜ ਰੁਪਇਆ ਖਰਚਣ ਤੋਂ ਬਾਅਦ ਕਹਿੰਦੇ ਇਸ ਨੂੰ ਡਿਸਕਾਰਡ ਕਰ ਦਿਓ, ਇਸ ਨੂੰ ਖਾਲੀ ਕਰ ਦਿਓ, ਢਾਹ ਦਿਓ, ਵੇਚ ਦਿਓ। ਕੋਈ ਜਿਹੜੀਆਂ ਬੱਸਾਂ ਸਾਡੀਆਂ ਉਹ ਸਾਰੀ ਕੰਟਰੈਕਟ ਦੇ ਫਾਰਮ ਦੇ ਵਿੱਚ ਲੈ ਆਉਂਦਾ, ਕੋਈ ਸਾਡੀਆਂ ਜ਼ਮੀਨਾਂ ਨੂੰ ਕਾਰਪੋਰੇਟਸ ਨੂੰ ਵੇਚਣ ਦੀ ਗੱਲ ਕਰੀ ਜਾਂਦਾ। ਮੈਨੂੰ ਇਹ ਲੱਗਦਾ ਹੈ ਕਿ ਜੇ ਅਸੀਂ ਇਹ ਮੰਨ ਲਈਏ ਕਿ ਅਸੀਂ ਸਭ ਤੋਂ ਪਹਿਲਾਂ ਇੱਕ ਵੱਡਾ ਸਿਸਟਮ ਤਬਦੀਲ ਕਰਨ ਦਾ ਢਾਂਚਾ ਖੜਾ ਕਰਾਂਗੇ ਤੇ ਫਿਰ ਬਦਲੀ ਕਰਾਂਗੇ, ਇਹ ਇੱਕ ਆਪਣੇ ਆਪ ਦੇ ਵਿੱਚ ਮਾਡਲ ਹੋ ਸਕਦਾ ਹੈ। ਪਰ ਇਹ ਹੈ ਕਿ ਜਿਸ ਲੈਵਲ ਤੇ ਵੀ ਜਿੰਨਾ ਕੁ ਸੰਘਰਸ਼ ਕੀਤਾ ਜਾ ਸਕਦਾ ਹੈ, ਜੇ ਅੱਜ ਸਾਡੇ ਕੋਲ ਇੱਕ ਪੋਲੀਟੀਕਲ ਮੋਡ ਹੈ ਲੜਾਈ ਦਾ, ਉੱਥੇ ਸੰਘਰਸ਼ ਕਰਨ ਲਈ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ 1 ਸਾਲ ਲਈ ਕਿਸਾਨੀ ਨੇ ਸੰਯੁਕਤ ਮੋਰਚੇ ਦੇ ਤੌਰ ਤੇ ਸੰਘਰਸ਼ ਕੀਤਾ। ਮੈਨੂੰ ਲੱਗਦਾ ਹੈ ਸੰਘਰਸ਼ ਦੀ ਅਗਲੀ ਕੜੀ ਹੈ। ਜੇ ਕਿਸਾਨ ਦੋ ਹਿੱਸਿਆਂ ਦੇ ਵਿੱਚ ਵੰਡੇ ਵੀ ਗਏ ਆਪਾਂ ਜ਼ਾਹਰਾ ਤੌਰ ਤੇ ਕਹੀਏ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਕੋਈ ਮਾੜੀ ਗੱਲ ਨਹੀਂ। ਜਿਹੜੇ ਸੰਘਰਸ਼ ਨਹੀਂ ਕਰ ਰਹੇ, ਜੇ ਇਹ ਸੰਘਰਸ਼ ਜਿਹੜੇ ਕਿਸਾਨੀ ਮੋਰਚੇ ਵਾਲੇ ਵਿਅਕਤੀ ਚੋਣਾਂ ਲੜ ਰਹੇ ਹੈ, ਜੇ ਇਹ ਸਫਲ ਨਹੀਂ ਹੁੰਦੇ ਤਾਂ ਕਮ ਸੇ ਕਮ ਦੂਸਰੇ ਵਿਅਕਤੀ ਤਾਂ ਡਿਕਲੇਅਰ ਕਰ ਸਕਦੇ ਆ ਕਿ ਸਾਨੂੰ ਪਤਾ ਸੀ ਤੁਸੀਂ ਸਫਲ ਨਹੀਂ ਹੋਣਾ। ਜੇ ਇਹ ਸਫਲ ਹੋ ਜਾਂਦੇ ਆ ਤਾਂ ਉਹਨਾਂ ਨੂੰ ਇਨਵਾਈਟ ਕਰ ਸਕਦੇ ਆ ਕਿ ਆ ਜਾਓ ਭਾਈ, ਹੁਣ ਤੁਸੀਂ ਸਾਡੇ ਨਾਲ ਆ ਜਾਓ, ਸਾਡੇ ਹੀ ਭਾਈ ਹੋ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਬੋਥ ਵੇ ਕਿਸਾਨੀ ਵਾਸਤੇ ਗਵਾਉਣ ਨੂੰ ਕੁਛ ਨਹੀਂ, ਕੁਛ ਨਹੀਂ। ਸੰਧੂ ਸਾਹਿਬ, ਇੱਕ ਗੱਲ ਕਿ ਖੇਤੀ ਕਰਜ਼ੇ ਦਾ ਗਲਬਾ ਭਾਰੀ ਹੈ। ਲਗਾਤਾਰ 3 ਕਿਸਾਨ ਰੋਜ਼ ਖੁਦਕੁਸ਼ੀ ਕਰ ਜਾਂਦੇ ਨੇ, ਅਸੀਂ ਅਖਬਾਰ ਚੱਕ ਕੇ ਦੇਖਦੇ ਹਾਂ, ਤੁਸੀਂ ਪੜ੍ਹਦੇ ਹੋ। ਜੋ ਕਰਜ਼ੇ ਥੱਲੇ ਦੱਬੇ ਗਏ ਲੋਕ ਨੇ, ਉਹਨਾਂ ਨੂੰ ਵੱਡੀ ਆਸ ਸੀ ਕਿ ਇਲੈਕਸ਼ਨ ਤੋਂ ਪਹਿਲਾਂ ਸਾਨੂੰ ਕੁਛ ਮਿਲੂਗਾ, ਤੇ ਕਿਸਾਨ ਮੋਰਚੇ ਪੋਲੀਟੀਕਲ ਹੋ ਗਿਆ। ਕਿਸਾਨ ਮੋਰਚਾ, ਜੇਕਰ ਕਿਸਾਨ ਮੋਰਚਾ ਪੋਲੀਟੀਕਲ ਨਾ ਹੁੰਦਾ, ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਦੁਆਲੇ ਹੋ ਕੇ ਕਿਸਾਨਾਂ ਲਈ ਕੋਈ ਰਾਹਤ ਦਾ ਪੈਕੇਜ ਅਨਾਉਂਸ ਕਰਵਾ ਸਕਦਾ ਸੀ। ਦੇਖੋ, ਜਿਹੜੀ ਕਰਜ਼ੇ ਵਾਲੀ ਗੱਲ ਹੈ, ਇਹ ਆਪਣੇ ਆਪ 'ਚ ਬੜੀ ਟ੍ਰਿਕੀ ਚੀਜ਼ ਹੈ। ਜਦੋਂ ਕਰਜ਼ਾ ਮਾਫ ਕੀਤਾ ਜਾਂਦਾ ਹੈ ਤਾਂ ਕਰਜ਼ੇ ਮਾਫ ਨਾਲ ਕਿਸਾਨ ਨੂੰ ਕਿੰਨਾ ਕੁ ਫਾਇਦਾ ਹੁੰਦਾ। ਕਿਸਾਨ ਨੂੰ ਇੱਕ ਮਾਨਸਿਕ ਤੌਰ ਤੇ ਹਲਾਸ ਮਿਲਦੀ ਹੈ ਕਿ ਮੈਂ ਹੁਣ ਕਰਜ਼ਾ ਮੁਕਤ ਹੋ ਗਿਆ। ਪਰ ਕਰਜ਼ੇ ਦਾ ਫਾਇਦਾ ਕਿਹਨੂੰ ਹੁੰਦਾ ਹੈ? ਜਿਹੜੇ ਬੈਂਕ ਦੇ ਡਿਫਾਲਟਰ ਹੈ, ਬੈਂਕ ਦਾ ਡੁੱਬਿਆ ਹੋਇਆ ਪੈਸਾ ਬੈਂਕ ਕੋਲੇ ਆ ਜਾਂਦਾ। ਕਰਜ਼ੇ ਮਾਫੀ ਨਾਲੋਂ ਕਿਸਾਨ ਨੂੰ ਵੱਡੀ ਰਾਹਤ ਇਹ ਹੈ ਕਿ ਕਿਸਾਨ ਨੂੰ ਸਿੱਧਾ ਪੈਕੇਜ ਕੋਈ ਮਿਲੇ, ਉਹਦੇ ਨਾਲ ਕਿਸਾਨ ਉੱਠ ਕੇ ਖੜਾ ਹੋ ਸਕਦਾ ਹੈ। ਨੰਬਰ 2, ਜਿੰਨਾ ਚਿਰ ਸਾਡੀ ਫਸਲ ਦੀ ਕੀਮਤ ਅਸੀਂ ਪ੍ਰਾਈਸ ਇੰਡੈਕਸ ਦੇ ਨਾਲ ਨਹੀਂ ਜੋੜਦੇ, ਵੱਧ ਰਹੀਆਂ ਕੀਮਤਾਂ ਦੇ ਨਾਲ ਨਹੀਂ ਜੋੜਦੇ, ਜਿਸ ਪ੍ਰਕਾਰ ਸੁਸਾਇਟੀ ਦੇ ਵਿੱਚ ਮਹਿੰਗਾਈ ਵੱਧ ਰਹੀ ਹੈ, ਰੇਹ ਦੇ, ਖਾਦਾਂ ਦੇ, ਬੀਜ ਦੇ, ਸਪਰੇਅ ਦੇ ਭਾਅ ਵੱਧ ਰਹੇ ਹੈ, ਲੋਕਾਂ ਜਿਹੜੀਆਂ 4 ਛਪੇਰੇ ਸਾਡੀਆਂ ਮਿਲਣ ਵਾਲੀਆਂ ਵਸਤਾਂ ਦਾ ਇਨਫਲੇਸ਼ਨ ਹੋ ਰਿਹਾ ਹੈ, ਜਿੰਨਾ ਚਿਰ ਉਸ ਪ੍ਰਾਈਸ ਇੰਡੈਕਸ ਦੇ ਨਾਲ ਸਾਡੀਆਂ ਫਸਲਾਂ ਦੇ ਭਾਅ ਨਹੀਂ ਜੁੜਦੇ, ਉਹਨਾਂ ਚਿਰ ਤੱਕ ਕਿਸਾਨ ਕਰਜ਼ਾ ਮੁਕਤ ਹੋ ਹੀ ਨਹੀਂ ਸਕਦਾ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਿਸ ਚੀਜ਼ ਨੂੰ ਪੈਦਾ ਕਰਨ ਤੇ ਜ਼ਿਆਦਾ ਖਰਚਾ ਆਵੇ ਤੇ ਉਸ ਨੂੰ ਵੇਚ ਕੇ ਵਟਤ ਘੱਟ ਹੋਵੇ, ਉਸ ਕਿੱਤੇ ਨੇ ਕਰਜ਼ੇ ਦੇ ਅੰਦਰ ਰਹਿਣਾ ਹੀ ਰਹਿਣਾ। ਇਸ ਕਰਕੇ ਜਿਹੜਾ ਕਿਸਾਨ ਦਾ ਕਰਜ਼ਾ ਹੈ, ਇਹ ਕਿਸੇ ਦੇ ਇੱਕ ਵਾਰੀ ਉਤਾਰਿਆ ਨਹੀਂ ਉਤਰਨਾ। ਉਸ ਤਰੀਕੇ ਨਾਲ ਜੇ ਦੇਖੀਏ ਤਾਂ ਪੰਜਾਬ ਸਰਕਾਰ ਦੇ ਸਿਰ 3 ਲੱਖ ਕਰੋੜ ਦਾ ਕਰਜ਼ਾ ਹੈ। ਵਰਲਡ ਬੈਂਕ ਦਾ ਬਹੁਤ ਸਾਰਾ ਕਰਜ਼ਾ ਹਿੰਦੁਸਤਾਨ ਨੇ ਵੀ ਦੇਣਾ ਹੈ। ਇੱਕ ਸਟੇਜ ਇਹੋ ਜਿਹੀ ਆਈ ਸੀ ਜਦੋਂ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਸੀ ਕਿ ਸਾਨੂੰ ਸੋਨਾ ਗਿਰਵੀ ਰੱਖਣ ਵਾਸਤੇ ਜਾਣਾ ਪੈ ਰਿਹਾ ਸੀ ਆਪਣਾ ਕਰਜ਼ਾ ਉਤਾਰਨ ਲਈ। ਇਸ ਕਰਕੇ ਮੈਂ ਇਹ ਕਹਿਣਾ ਕਿ ਇਹ ਰਾਜਨੀਤਿਕ ਫੈਸਲੇ ਹੁੰਦੇ ਆ। ਜੇ ਕਿਸਾਨਾਂ ਨੂੰ ਜਿਣਸ ਦਾ ਸਹੀ ਭਾਅ ਮਿਲ ਗਿਆ, ਕਿਸਾਨਾਂ ਨੂੰ ਉਹਨਾਂ ਦੀ MSP ਦੀ ਗਰੰਟੀ ਮਿਲ ਗਈ, ਕਰਜ਼ੇ ਮਾਫ ਕਰਨ ਦੀ ਬਜਾਏ ਜੇ ਕਰਜ਼ਿਆਂ ਨੂੰ 3 ਸਾਲ ਲਈ ਹੋਲਡ ਹੀ ਕਰ ਦੇਣ, ਜਾਂ ਕਰਜ਼ਿਆਂ ਬਾਰੇ ਜਿਵੇਂ ਸਰ ਛੋਟੂ ਰਾਮ ਨੇ ਕਿਸਾਨਾਂ ਬਾਰੇ ਨੀਤੀ ਬਣਵਾਈ ਸੀ, ਕੋਈ ਇਸ ਕਿਸਮ ਦੀ ਨੀਤੀ ਦਾ ਪੈਕੇਜ ਬਣ ਜੇ ਤਾਂ ਕਿਸਾਨ ਆਪਣੇ ਆਪ ਹੀ ਉੱਠ ਕੇ ਖੜੇ ਹੋ ਜਾਣਗੇ। ਜਦੋਂ ਕਿਸਾਨਾਂ ਦੀ ਲੁੱਟ ਹੋ ਰਹੀ ਹੈ, ਜਿਹੜਾ ਤੇਲ ਹੈ ਉਸ ਤੇ ਅੱਧੋਂ ਜ਼ਿਆਦਾ ਟੈਕਸ ਲਾਇਆ ਜਾ ਰਿਹਾ ਹੈ, ਬੀਜ ਹੈ ਜਿਹੜੇ ਉਹ ਕਿਤੇ ਜ਼ਿਆਦਾ ਮਹਿੰਗੇ ਵਿਕ ਰਹੇ ਹੈ, ਗੁਲਾਬੀ ਸੁੰਡੀ ਜਿਹਦੇ ਵਿੱਚ ਅਕਾਲੀ ਲੀਡਰ ਵੀ ਉਲਝੇ ਰਹੇ ਹੈ, ਜਾਲੀ ਸਪਰੇਆਂ ਵੇਚੀਆਂ ਜਾ ਰਹੀਆਂ, ਤਾਂ ਉਹਨਾਂ ਚਿਰ ਤੱਕ ਮੈਨੂੰ ਲੱਗਦਾ ਕਿਸਾਨੀ ਦਾ ਆਧਾਰ ਹੈ ਜਿਹੜਾ ਉਹ ਸੰਭਵ ਨਹੀਂ ਹੈ। ਤੇ ਭਾਵੇਂ ਕਿਸਾਨ ਮੋਰਚਾ ਵੀ ਰੌਲਾ ਪਾਉਂਦਾ, ਅਲਟੀਮੇਟਲੀ ਉਹਨਾਂ ਨੂੰ ਹਰ ਪੋਲੀਟੀਕਲ ਪਾਰਟੀ ਲੋਲੀਪੌਪ ਦੇਣ ਤੇ ਲੱਗੀ ਹੋਈ ਹੈ। ਪਿਛਲੇ ਵਾਰੀ ਗੁਟਕਾ ਸਾਹਿਬ ਦੀ
ਹੱਥ 'ਚ ਫੜ ਕੇ ਸਹੁੰ ਖਾਧੀ ਕਿ ਮੈਂ ਸਾਰਿਆਂ ਦਾ ਕਰਜ਼ਾ ਸਾਰੇ ਥਾਵਾਂ ਤੇ ਲਕੀਰ ਫੇਰ ਦੂੰਗਾ। ਤੁਸੀਂ ਸਾਰੇ ਜਾਣਦੇ ਹੋ ਕਿੰਨੀ ਕੁ ਲਕੀਰ ਫੇਰੀ ਹੈ, ਕਿਸਾਨ ਤਾਂ ਅੱਜ ਵੀ ਮਰ ਰਿਹਾ ਹੈ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਇਹ ਸਿਸਟਮ ਜਾਂ ਕਿਸਾਨੀ ਦਾ ਕਰਜ਼ਾ ਜਿਹੜਾ ਉਹ ਕਿਸਾਨਾਂ ਨੂੰ ਸਹੂਲਤਾਂ ਦੇ ਕੇ, ਟੈਕਨੋਲੋਜੀ ਦੇ ਕੇ, ਉਹਨਾਂ ਨੂੰ ਉਸ ਕਿਸਮ ਦੀਆਂ ਚੀਜ਼ਾਂ ਤੋਂ ਰਾਹਤ ਦੇ ਕੇ ਜਿਹਦੇ ਨਾਲ ਉਹਨਾਂ ਦੀ ਪ੍ਰੋਡਕਸ਼ਨ ਵਧੇ, ਇਨਕਮ ਵਧੇ, ਤਾਂ ਹੀ ਸੁਧਾਰ ਹੋ ਸਕਦਾ ਹੈ। ਉਹਨਾਂ ਨੂੰ ਮੁਫਤ ਬੱਸਾਂ 'ਚ ਸਫ਼ਰ ਕਰਵਾ ਦਿਆਂਗੇ, ਤੁਹਾਡੀਆਂ ਕੁੜੀਆਂ ਨੂੰ ਵੀ ਅਸੀਂ ਮੁਫਤ ਸਫ਼ਰ ਕਰਵਾ ਦਿਆਂਗੇ, ਤੁਹਾਨੂੰ ਬਾਈਸਾਈਕਲ ਦੇ ਦਿਆਂਗੇ, ਤੁਹਾਨੂੰ ਇੰਨੀਆਂ ਯੂਨਿਟਾਂ ਮਾਫ ਕਰ ਦਿਆਂਗੇ। ਇਹਦੇ ਨਾਲ ਕਿਸਾਨੀ ਦੀਆਂ ਖੁਦਕੁਸ਼ੀਆਂ ਰੁਕਣ ਨਹੀਂ ਲੱਗੀਆਂ ਜੀ। ਸੰਧੂ ਸਾਹਿਬ ਸ਼ੁਕਰੀਆ ਗੱਲਬਾਤ ਦੇ ਲਈ। ਦੋਸਤੋ ਸਾਡੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਸਤਨਾਮ ਸਿੰਘ ਸੰਧੂ। ਕਿਸਾਨੀ ਮੋਰਚੇ ਤੋਂ ਲੈ ਕੇ ਕਿਸਾਨ ਆਗੂਆਂ ਵੱਲੋਂ ਰਾਜਨੀਤੀ ਜੋ ਪੈਂਤੜੇ ਲਏ ਗਏ ਨੇ, ਸਾਰੇ ਮਸਲੇ ਤੇ ਗੱਲਬਾਤ ਕੀਤੀ। ਸੰਧੂ ਸਾਹਿਬ ਨੇ ਤੁਹਾਨੂੰ ਬਾਖੂਬੀ ਸਰਲ ਤੇ ਸੌਖੇ ਸ਼ਬਦਾਂ ਦੇ ਵਿੱਚ ਸਮਝਾਇਆ ਕਿ ਜਿਵੇਂ ਕਿਸਾਨ ਆਗੂ ਵੀ ਇਹ ਗੱਲ ਕਹਿੰਦੇ ਨੇ ਕਿ ਚੁਣਦੇ ਦਾ ਆਗੂ ਤੁਸੀਂ ਹੈਗੇ ਨੇ, ਕਿ ਉਹਨਾਂ ਚੰਗੇ ਆਗੂ ਚੁਣ ਕੇ ਤੁਸੀਂ ਵਿਧਾਨ ਸਭਾ ਦੇ ਵਿੱਚ ਭੇਜੋ ਜਿੱਥੋਂ ਤੁਹਾਡੇ ਲਈ ਕਾਨੂੰਨ ਬਣਦੇ ਨੇ, ਜਿੱਥੋਂ ਤੁਹਾਡੇ ਲਈ ਪਾਲਿਸੀਆਂ ਬਣਦੀਆਂ ਨੇ। ਪਰ ਦੇਖਣ ਵਾਲਾ ਹੋਊਗਾ ਮੁਕਾਬਲਾ ਇਸ ਵਾਰ ਦਿਲਚਸਪ ਰਹਿਣ ਵਾਲਾ, ਕਿਉਂਕਿ ਇੱਕ ਨਹੀਂ 5 ਸਿਆਸੀ ਧੜੇ ਇਸ ਵਾਰ ਚੋਣ ਮੈਦਾਨ ਦੇ ਵਿੱਚ ਨੇ। ਆਖਰ ਜੋ ਸੀਐਮ ਦੀ ਕੁਰਸੀ ਦਾ ਤਾਜ ਹੈ ਕਿਸ ਸਿਆਸਤਦਾਨ ਦੇ ਸਿਰ ਦੇ ਉੱਤੇ ਸੱਜਦਾ। ਸਾਡੇ ਕੋਲ ਜੋ ਇਨਫੋਰਮੇਸ਼ਨ ਹੋਊਗੀ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਲੋਕਰਾਣਾ ਚੈਨਲ ਪੰਜਾਬੀ ਤੇ। ਧੰਨਵਾਦ।